ਵਾਹਿਗੁਰੂ 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 ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਪੜੋ ਬੋਲ ਮਰ ਸਤ ਕਰਤਾਰ ਬੋਲ ਮਰਦਾਨਿਆ 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 ਸਤ ਕਰਤਾਰ ਸਤ ਕਰਤਾਰ ਵਾਹਿਗੁਰੂ 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 ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਦੀ ਹਜ਼ੂਰੀ ਵਿੱਚ ਅੱਜ ਆਪਾਂ ਸਾਰੀ ਸੰਗਤ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਅਸਥਾਨ ਤੇ ਗੁਰਦੁਆਰਾ ਚੋਲਾ ਸਾਹਿਬ ਨਤਮਸਤਕ ਹੋ ਰਹੇ ਆ ਪਰ ਭਾਈ ਮਰਦਾਨਾ ਜੀ ਦੇ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਪਾਂ ਇਕੱਤਰ ਹੋਏ ਆ ਥੋੜੇ ਸਮੇਂ ਵਿੱਚ ਆਪਾਂ ਉਹ ਗੱਲਾਂ ਕਰਨੀਆਂ ਨੇ ਉਹ ਵਿਚਾਰਾਂ ਕਰਨੀਆਂ ਨੇ ਕਿ ਕਿੱਡੀ ਵੱਡੀ ਕੁਰਬਾਨੀ ਸੀ ਭਾਈ ਮਰਦਾਨਾ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਪਿੰਡ ਹੈ ਉਹ ਪੰਜਾਬ 'ਚ ਸੀ ਤਰਨ ਤਾਰਨ ਦੇ ਕੋਲ ਪਿੰਡ ਪੈਂਦਾ ਜੀ ਪਿੰਡ ਪੱਠੇਵਿੰਡ ਇੱਥੋਂ ਗੁਰੂ ਨਾਨਕ ਦੇਵ ਜੀ ਦੇ ਦਾਦਾ ਜੀ ਸ਼ਿਵਰਾਮ ਜੀ ਪੰਜਾਬ ਤੋਂ ਉੱਠ ਕੇ ਪਾਕਿਸਤਾਨ ਦੇ ਅੰਦਰ ਗਏ ਜਿਹਨੂੰ ਆਪਾਂ ਲਹਿੰਦਾ ਪੰਜਾਬ ਕਹਿੰਦੇ ਆ ਉੱਥੇ ਉਹਨਾਂ ਦੇ ਪੁੱਤਰ ਭਾਈ ਕਲਿਆਣ ਦਾਸ ਜੀ ਅਸੀਂ ਨਾ ਕਈ ਵਾਰ ਮਹਿਤਾ ਕਾਲੂ ਕਹਿ ਦਿੰਦੇ ਆ ਮਹਿਤਾ ਇੱਕ ਨਾਮ ਹੈ ਜਿਹੜਾ ਪਟਵਾਰੀ ਹੁੰਦਾ ਨਾ ਪਟਵਾਰੀ ਇਹ ਇੱਕ ਇਹ ਉਪਾਧੀ ਉੱਚਾ ਵੱਡਾ ਪਦਵੀ ਉਹਨਾਂ ਨੂੰ ਭਾਈ ਕਲਿਆਣ ਦਾਸ ਜੀ ਨੂੰ ਇੱਕ ਪਦਵੀ ਮਿਲੀ ਹੋਈ ਸੀ ਜਿਹੜੀ ਪਦਵੀ ਸੀ ਭਾਈ ਦੀ ਭਾਈ ਮਹਿਤਾ ਜੀ ਦੀ ਪਦਵੀ ਉਸ ਇਲਾਕੇ ਦੇ ਬਹੁਤ ਵੱਡੇ ਪੰਜਾਬੀ ਵਿੱਚ ਕਹੀਏ ਆਪਾਂ ਕਲਰਕ ਲੇਖਾ ਜੋਖਾ ਰੱਖਣ ਵਾਲੇ ਪਟਵਾਰੀ ਸਨ ਉੱਥੇ ਹੀ ਇੱਕ ਪਰਿਵਾਰ ਇੱਕ ਖਾਨਦਾਨ ਵਸਦਾ ਸੀ ਜਿਹਨੂੰ ਮਿਰਾਸ ਕਹਿੰਦੇ ਸੀ ਅਸੀਂ ਨਾ ਮਰਾਸੀ ਕਹਿ ਦਿੰਦੇ ਹਾਂ ਕਈ ਵਾਰ ਬੜਾ ਫਰਕ ਹੈ ਇੱਕ ਹੁੰਦਾ ਜਾਟ ਇੱਕ ਹੁੰਦੇ ਨੇ ਜੱਟ ਇੱਕ ਹੁੰਦੇ ਨੇ ਜਾਟ
ਇੱਕ ਹੁੰਦੇ ਨੇ ਜੱਟ, ਫਰਕ ਹੈ ਨਾ ਇਹਨਾਂ 'ਚ। ਹਰਿਆਣੇ ਦੇ ਜਾਟ, ਇੱਕ ਮਰਾਸੀ ਹੁੰਦੇ ਨੇ, ਇੱਕ ਹੁੰਦਾ ਮਿਰਾਸ। ਜਿਹੜਾ ਮਿਰਾਸ ਹੈ ਉਹਦਾ ਕੰਮ ਕੀ ਹੁੰਦਾ ਹੈ? ਉਸ ਸਮੇਂ ਮਿਰਾਸ ਪਦਵੀ ਛੋਟੀ ਨਹੀਂ ਸੀ ਕੋਈ, ਬਹੁਤ ਵੱਡੀ ਪਦਵੀ ਹੈ। ਹਿੰਦੂਆਂ ਦੇ ਵਿੱਚ ਹੁੰਦੇ ਨੇ ਭੱਟ, ਜਿਹੜੇ ਵਹੀ ਖਾਤੇ ਲਿਖਦੇ ਨੇ, ਵੰਸ਼ ਲਿਖਦੇ ਨੇ। ਤੇ ਇਸਲਾਮ ਧਰਮ ਦੇ ਵਿੱਚ ਇੱਕ ਪਦਵੀ ਸੀ ਮਿਰਾਸ। ਮਿਰਾਸ ਦਾ ਕੰਮ ਕੀ ਸੀ ਕਿ ਸਾਡੇ ਘਰਾਂ ਦੇ ਦਾਦੇ ਪੜਦਾਦੇ ਪੜਦਾਦੇ ਲੱਕੜ ਦਾਦਿਆਂ ਤੱਕ ਉਹਨਾਂ ਦੇ ਕੁਰਸੀਨਾਮੇ ਲਿਖਣੇ ਤੇ ਯਾਦ ਕਰਨੇ ਤੇ ਸੁਣਾਉਣੇ। ਉੱਪਰੋਂ ਸ਼ੁਰੂ ਕਰਨਾ ਉਹਨਾਂ ਨੇ। ਜਦੋਂ ਐਨ ਥੱਲੇ ਨਾਮ ਤੇ ਆਉਂਦੇ ਲੋਕ ਬੜੇ ਖੁਸ਼ ਹੁੰਦੇ। ਜਿੱਦਾਂ ਰਾਜਾ ਧਜ, ਧਜ ਦਾ ਪੁੱਤਰ ਕੋਧਜ, ਕੋਧਜ ਦਾ ਪੁੱਤਰ ਕਰਨ, ਕਰਨ ਦਾ ਪੁੱਤਰ ਚਾਡਾ, ਚਾਡੇ ਦਾ ਪੁੱਤਰ ਬਾਬਾ ਬੋਰੂ, ਬਾਬੇ ਬੋਰੂ ਦਾ ਪੁੱਤਰ ਸਾਵਣ ਨਾਇਕ, ਸਾਵਣ ਨਾਇਕ ਦਾ ਪੁੱਤਰ ਬਿੰਨਾ, ਬਿੰਨੇ ਦਾ ਪੁੱਤਰ ਅਰਥਾ, ਅਰਥੇ ਦਾ ਪੁੱਤਰ ਦਾਸਾ, ਦਾਸੇ ਦਾ ਪੁੱਤਰ ਮੱਖਣ ਸ਼ਾਹ ਲਵਾਣਾ, ਜਿਹਨੇ ਕੋਠੇ ਤੇ ਚੜ ਕੇ ਰੌਲਾ ਪਾਇਆ ਸੀ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸਮਝ ਲੱਗ ਗਈ ਕਿੱਥੋਂ ਗੱਲ ਚੱਕੀ? ਰਾਜਾ ਧਜ, ਧਜ ਦਾ ਪੁੱਤਰ ਕੋਧਜ, ਕੋਧਜ ਦਾ ਪੁੱਤਰ ਕਰਨ, ਕਰਨ ਦਾ ਪੁੱਤਰ ਚਾਡਾ, ਚਾਡੇ ਦਾ ਪੁੱਤਰ ਬਾਬਾ ਬੋਰੂ, ਬਾਬੇ ਬੋਰੂ ਦਾ ਪੁੱਤਰ ਸਾਵਣ ਨਾਇਕ, ਸਾਵਣ ਨਾਇਕ ਦਾ ਪੁੱਤਰ ਬਿੰਨਾ, ਬਿੰਨੇ ਦਾ ਪੁੱਤਰ ਅਰਥਾ, ਅਰਥੇ ਦਾ ਪੁੱਤਰ ਦਾਸਾ, ਇਹ ਦਾਸੇ ਦਾ ਪੁੱਤਰ ਮੱਖਣ ਸ਼ਾਹ ਲਵਾਣਾ, ਜਿਹਨੇ ਕੋਠੇ ਤੇ ਚੜ ਕੇ ਉੱਚੀ ਆਵਾਜ਼ ਵਿੱਚ ਕਿਹਾ ਭੁੱਲੀਏ ਸੰਗਤੇ ਗੁਰੂ ਲੱਭ ਗਿਆ ਜੇ। ਜੇ ਥੱਲੇ ਤੋਂ ਕੁਰਸੀਨਾਮਾ ਸ਼ੁਰੂ ਕਰਨਾ ਹੋਵੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪੰਡਤ ਕਿਰਪਾ ਰਾਮ ਆਉਂਦਾ, ਫਿਰ ਇਦਾਂ ਸੁਣਾਉਂਦੇ, ਕਿਰਪਾ ਰਾਮ बेटा अड़ू राम का, पोता नरैण दास का, ठाकुर दास बंस, भादरबाज गोत, सारसूत दत्त ब्राह्मण, मटन कश्मीर दे रहन वाला। यानी कि नरैण दास दा अगे पुत्र अड़ू राम दा पुत्र सी पंडित किरपा राम। गुरु नानक देव महाराज जी तो 9-10 साल पहला भाई बदरा जी, उन्हां दी पत्नी दा नाम सी माता लखो जी। फिर याद रखना, भाई बदरा जी, भाई बदरा जी दी पत्नी दा नाम सी माता लखो जी। इन्हां दे पहला भी कई पुत्र होए। गुरु दा हुक्म है कई बार, जम जम मरै मरै फिर जमै, बहुत सजाए पया देस लम्मै। कई पुत्रां दा जन्म होया, रब दी ऐसी नीयत बनदी, जन्म तो बाद उहदा मरण भी लिखिया, छेती किते चले जांदे। फिर एक पुत्र दा जन्म होया 1459 दे अंदर, तकरीबन 9-10 साल पहला गुरु नानक देव महाराज जी तो। उस बच्चे नूं जदों गोद विच चक्किया, एक अलौकिक जोत सी, पर माँ ने कह दिता, कहंदे की नाम रखीए, कहंदे मर जाना। कई दाना भी लिखिया भी इन्हें किन्ना चिर जिउणा, मरे जाना। गुरु नानक देव जी तो पहला ही एक गुरु नानक देव जी का साथी आ गया सी, 10 साल वड्डे। गुरु नानक देव महाराज जी दे हुण जिन्हें दर्शन किते, ਉਹਦਾ ਨਾਮ ਸੀ ਦੌਲਤਾਂ ਦਾਈ। ਸਿੱਖ ਧਰਮ ਵਿੱਚ 3 ਦੌਲਤਾਂ ਹੁੰਦੀਆਂ ਨੇ, ਇੱਕ ਦੌਲਤਾਂ ਦਾਈ, ਇੱਕ ਨਵਾਬ ਦੌਲਤ ਖਾਂ, ਇੱਕ ਦੌਲਤੇ ਦਰਵਾਜ਼ਾ। ਅਫਗਾਨਿਸਤਾਨ ਵਾਲੀ ਸਾਈਡ ਤੇ ਇੱਕ ਦਰਵਾਜ਼ਾ ਬਣਾ ਸੀ, ਦੌਲਤੇ ਦਰਵਾਜ਼ਾ। ਇਹ 3 ਦੌਲਤਾਂ ਆਈਆਂ। ਜਿਹੜੀ ਦਾਈ ਦੌਲਤਾਂ ਸੀ, ਜਿਹਨੇ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਉਹ ਵੀ ਭਾਈ ਮਰਦਾਨਾ ਜੀ ਦੀ ਰਿਸ਼ਤੇਦਾਰੀ 'ਚ ਸੀ, ਮਾਸੀ ਲੱਗਦੀ ਸੀ। ਭਾਈ ਮਰਦਾਨਾ ਜੀ ਦੀ ਮਾਤਾ ਦੀ ਭੈਣ।
ਹੁਣ ਇਹ ਘਰ ਵਿੱਚ ਹੀ ਗੱਲਾਂ ਚੱਲੀਆਂ ਹੋਈਆਂ ਸੀ ਸ਼ੁਰੂ ਦੇ ਵਿੱਚੋਂ ਹੀ। ਗੁਰੂ ਸਾਹਿਬ ਜੀ ਦੇ ਦਾਨਾ ਜੀ ਸੁਣਦੇ ਸੀ। ਇੱਕ ਦਿਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਦੇ ਮੱਝੀਆਂ ਚਰਾਉਣ ਜਾਂਦੇ ਨੇ, ਆਪਾਂ ਇਤਿਹਾਸ ਬਹੁਤ ਸੁਣਿਆ ਸਾਰਾ, ਇਕਾਂਤ ਵਸ ਜਾਂਦੇ ਨੇ। ਕੀ ਹੋਇਆ, ਭਾਈ ਦਾਨਾ ਜੀ ਬੈਠੇ ਆਪਣੀ ਰਵਾਬ ਨੂੰ ਸੁਰ ਕਰ ਰਹੇ ਨੇ। ਇਹ ਪਹਿਲਾ ਮਿਲਾਪ ਹੈ। ਕਈਆਂ ਨੇ ਲਿਖਿਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਮਰ 11 ਸਾਲ ਦੀ, ਕਈਆਂ ਨੇ 19 ਸਾਲ ਦੀ ਲਿਖੀ। ਅਲੱਗ-ਅਲੱਗ ਰਾਈਟਰਾਂ ਦੇ ਮਤਭੇਦ ਨੇ। ਪਰ ਗੱਲ ਕਰੀਏ ਕਿ ਪਹਿਲੀ ਮੁਲਾਕਾਤ ਸੀ, ਗੁਰੂ ਸਾਹਿਬ ਜੀ ਨੇ ਉਹ ਰਬਾਬ ਸੁਣੀ। ਜਦੋਂ ਰਬਾਬ ਵੱਜੀ ਤੇ ਗੁਰੂ ਸਾਹਿਬ ਜੀ ਆਪ ਕੋਲ ਗਏ ਚੱਲ ਕੇ। ਮਾਫ ਕਰਨਾ, ਗੁਰੂ ਨਾਨਕ ਸਾਹਿਬ ਜੀ ਭਾਈ ਲਹਿਣਾ ਜੀ ਕੋਲ ਆਪ ਚੱਲ ਕੇ ਗਏ, ਭਾਈ ਮਰਦਾਨਾ ਜੀ ਕੋਲ ਆਪ ਚੱਲ ਕੇ ਗਏ। ਅੱਜ ਤਾਂ ਸੱਚ ਜਾਣਿਓ, ਅੱਜ ਤਾਂ ਸਾਨੂੰ ਵਿਲਾਖੀ ਨੂੰ ਚੱਲ ਕੇ ਜਾਣਾ ਪੈਂਦਾ। ਗੁਰੂ ਸਾਹਿਬ ਜੀ ਪਾਸ ਆਏ, ਕਹਿਣ ਲੱਗੇ ਰਬਾਬ ਬੜੀ ਸੋਹਣੀ ਵਜਾਉਣਾ ਸੇ, के नाम से? कहने लगे जी दाना। कईयां ने क्या, विद्वाना ने क्या मर जाना। गुरु नानक साहब जी कहने लगे ना, मर जाना नहीं, मरदा ना। गज क्या को सतनाम, मरदा ना। तेनू रब ने राग दिता, आ काई सिफत खुदा दी करिए। भाई मरदाना जी कहने लगे मैं जाके सजरे, सजरा कहते ने सजरे सुनाउना। गुरु नानक साहब जी कहने लगे मरदाने आप रब दे गीत गाइए, इत्थे तेरे कल्ले दीन दे पर्दे ढके जाने ने। जे तू रब दियां गल्लां करेंगा दीन दुनी दे भी पर्दे ढके जाने ने। गज क्या को सतनाम। भाई मरदाना जी गुरु नानक देव जी दे नाल ही हो गए। समा लंघदा गया, गुरु नानक साहब जी सुल्तानपुर आए। सुल्तानपुर नाल रहना गुरु साहब जी दे। वेई ते इशनान करन गए तां भी भाई मरदाना जी नाल। हुण जदों गुरु नानक देव जी महाराज ने विसाखी वाले दिन उदासियां आरंभ करनियां ने, तो गुरु नानक साहब कहने लगे भाई मरदानिया जी चल चलिए रब की सिफत करन। होना महाराज जी रवाब तो पुरानी है, किन्ने क दिन रवाब चलूगी। महाराज कहते रवाब का भी प्रबंध हो गया है। भैन नानकी ने पहली कार सेवा की। उस समय भैन नानकी ने 7 बहलोली दिनार, ਆਪਾਂ कहते हैं 20 रुपये का लंगर, रुपये तो होंगे नहीं सीगे, दिनार होंगे सी, बहलोली दिनार। भैन नानकी ने 7 बहलोली दिनार दे के भाई मरदाना जी ने कहा कि आ फड़ पैसे। तो गुरु नानक साहब जी कहे भी जा सामने सुल्तानपुर लोधी तो तुसी जाओगे, कुछ क दूरी ते एक पिंड पैंदा जी, जरूर जाके आयो। उस पिंड का नाम है भरोआना। भरोआना पिंड है। तो गुरु नानक साहब कहने लगे उत्थे रहिंदा भाई फरंदा, उहदे कोलों रबाब लेके आउणी है। ते 7 बहलोली दिनार लेके भाई मरदाना जी पिंड भरोआना जाते हैं। जदों उस रबाब के दर्शन किए तो भाई मरदाना जी की रूह खिड़ गई। कह लगे इन्नी सोहनी रबाब की मुल है। अगों भाई फरंदा जी हस पे, कहते चल चलदे आ गुरु नानक साहब कोल, जिन्हें तेनों भेजिया, ਇਹਦਾ ਮੁੱਲ नहीं ਲੈਣਾ। ਕਹਿੰਦੇ नहीं ਮੁੱਲ की है? ਕਹਿੰਦੇ ਮੁੱਲ यही है कि ਇਹ रबाब ਨੂੰ गुरु नानक तो बिना किसी अगे ना गाई। गज के आखो सतनाम। मुल यही है कि ਇਹ रबाब ਦੇ ਉੱਤੇ
ਗੁਰੂ ਨਾਨਕ ਦੀ ਬਾਣੀ ਤੋਂ ਬਿਨਾਂ ਕਦੇ ਕੁਝ ਹੋਰ ਨਾ ਜੇ ਗਾਈ। ਭਾਈ ਮਰਦਾਨਾ ਜੀ ਨਾਲ ਭਾਈ ਫਰੰਦਾ ਜੀ ਆਏ, ਗੁਰੂ ਨਾਨਕ ਸਾਹਿਬ ਦੇ ਨਾਲ ਵਿਚਾਰਾਂ ਹੋਈਆਂ। ਜਦੋਂ ਬਾਅਦ ਵਿੱਚ ਭਾਈ ਮਰਦਾਨਾ ਜੀ ਛੱਡਣ ਜਾਂਦੇ ਨੇ, ਵੇਖਦੇ ਨੇ ਫਰੰਦਾ ਪਤਾ ਨਹੀਂ ਕਿੱਥੇ ਆ। ਭਾਈ ਵੀਰ ਸਿੰਘ ਨੂੰ ਕਦੇ ਪੜ੍ਹਿਓ, ਗੁਰਦਾਸ ਨੇ ਤਕਰੀਬਨ 1-1.5 ਘੰਟੇ ਦਾ ਸਲਾਈਡ ਸ਼ੋਅ ਤਿਆਰ ਕੀਤਾ ਸੀ। ਉਹਦੇ 'ਤੇ ਸਾਰਾ ਕੁਝ ਆਪਾਂ ਵਿਖਾਉਣਾ ਸੀ ਇੱਥੇ, ਕਿ ਉਹ ਗੁਰਦੁਆਰਾ ਸਾਹਿਬ ਕੀ ਹੈ, ਉਹ ਪੰਕਤੀਆਂ ਕੀ ਨੇ, ਉਹ ਲਾਈਨਾਂ ਕੀ ਨੇ, ਉਹ ਰਬਾਬ ਕਿਹੜੀ ਹੈ। ਭਾਈ ਫਰੰਦਾ ਜੀ ਵਾਲੀ ਰਬਾਬ ਲੈ ਕੇ ਆਉਂਦੀ ਜੀ। ਹੁਣ ਗੁਰੂ ਨਾਨਕ ਸਾਹਿਬ ਜੀ ਜਦੋਂ ਜਾਂਦੇ ਨੇ, ਸਭ ਤੋਂ ਪਹਿਲਾਂ ਭਾਈ ਜੇ ਜ਼ਿਕਰ ਕਰਦੇ ਆ, ਭਾਈ ਲਾਲੋ ਦੇ ਘਰ ਰਬਾਬ ਵੱਜਦੀ ਹੈ। ਮਲਕ ਭਾਗੋ ਵੀ ਆਉਂਦਾ ਹੈ, ਉਸ ਨੂੰ ਵੀ ਰਬਾਬ ਦੇ ਉੱਤੇ ਗਾ ਕੇ ਗੁਰੂ ਨਾਨਕ ਸਾਹਿਬ ਨੇ ਬਾਣੀ ਮਲਕ ਭਾਗੋ ਦਾ ਵੀ ਹਿਰਦਾ ਸ਼ੁੱਧ ਕਰ ਦਿੱਤਾ। ਜੇ ਸੱਜਣ ਠੱਗ ਆਇਆ ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਮਰਦਾਨਿਆਂ ਏਦਾਂ ਨਾਲ ਬਿਠਾ ਲੈਣਾ। ਇੰਨਾ ਕੁ ਤਾਲਮੇਲ ਸੀ ਕਿ ਕਦੇ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਾ ਮਰਦਾਨਿਆਂ ਰਾਗ ਵਜਾ, ਇਹ ਨਹੀਂ ਕਿਹਾ ਕਦੇ। ਗੁਰੂ ਕੀਆਂ ਸਾਖੀਆਂ ਸਾਰੀਆਂ ਮੈਂ ਤਕਰੀਬਨ ਕਈ ਦਿਨ ਹੋ ਗਏ ਕਿਤਾਬਾਂ ਪੜ੍ਹੀਆਂ, ਕਿਤੇ ਨਹੀਂ ਲਿਖਿਆ ਵੀ ਮਰਦਾਨਿਆਂ ਰਾਗ ਵਜਾ। ਗੁਰੂ ਨਾਨਕ ਸਾਹਿਬ ਜੀ ਜਦੋਂ ਚੌਂਕੜਾ ਮਾਰਦੇ, ਇੰਨਾ ਇੱਕ ਮਿੱਕ ਹੋ ਜਾਂਦੇ, ਗੋਡੇ ਦੇ ਨਾਲ ਗੋਡਾ ਜੁੜ ਜਾਂਦਾ। ਧੰਨ ਭਾਈ ਮਰਦਾਨਾ ਜੀ, ਇਹਨਾਂ ਦਾ 50 ਸਾਲ ਗੋਡੇ ਨਾਲ ਗੋਡਾ ਜੁੜ ਕੇ ਰਿਹਾ। ਗੁਰੂ ਨਾਨਕ ਸਾਹਿਬ ਦੇ ਗੋਡੇ ਦੇ ਨਾਲ ਗੋਡਾ ਜੁੜ ਜਾਣਾ, ਅਲੌਕਿਕ ਆਨੰਦ ਆ ਜਾਣਾ। ਗੁਰੂ ਨਾਨਕ ਸਾਹਿਬ ਜੀ ਨੇ ਮਾਰਨਾ ਚੌਂਕੜਾ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ। ਮਰਦਾਨਿਆਂ ਰਬਾਬ ਛੇੜ, ਬਾਣੀ ਆਈ। ਤੇ ਭਾਈ ਮਰਦਾਨਾ ਜੀ ਰਬਾਬ ਵਜਾਉਣੀ ਸ਼ੁਰੂ ਕਰ ਦਿੰਦੇ ਉਸੇ ਰਾਗ ਦੇ ਵਿੱਚ। ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਪੜੋ ਭੈਣੋ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ, ਤੁਰ ਕੀ ਬਾਣੀ ਆਈ। ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਸਗਲੀ ਚਿੰਤ ਮਿਟਾਈ। ਉਸ ਸਮੇਂ ਭਾਈ ਮਰਦਾਨਾ ਜੀ ਨੇ ਰਬਾਬ ਛੇੜੀ। ਸ਼ਬਦ ਆਇਆ, ਉਜਲ ਕਹਿਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ 100 ਧੋਵਾਂ ਤਿਸ। ਸੱਜਣ ਸੇਈ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਤੇ ਠੱਗ ਨੂੰ ਨਾ, ਸੱਜਣ ਠੱਗ ਨੂੰ ਜਦੋਂ ਮਰਦਾਨਾ ਜੀ ਨੇ ਰਬਾਬ ਵਜਾਈ, ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ, ਉਹਨੂੰ ਸਾਰੇ ਪਾਪ ਸਾਹਮਣੇ ਖੜੇ ਹੋ ਗਏ, ਆ ਕੇ ਚਰਨੀ ਪੈ ਗਿਆ। ਇਤਿਹਾਸ ਬੜਾ ਲੰਬਾ ਹੈ। ਅਸੀਂ ਜਦੋਂ ਇਤਿਹਾਸ ਸੁਣਾਉਂਦੇ ਹਾਂ ਨਾ, ਪਤਾ ਕੀ ਕਹਿੰਦੇ ਆ, ਭਾਈ ਮਰਦਾਨਾ ਜੀ ਨੂੰ ਭੁੱਖ ਲੱਗਦੀ ਸੀ, ਭਾਈ ਮਰਦਾਨਾ ਜੀ ਨੂੰ ਪਿਆਸ ਲੱਗਦੀ ਸੀ। ਸੱਚ ਜਾਣਿਓ, ਇਹ ਬਾਬੇ ਨਾਨਕ ਦੀਆਂ ਖੇਡਾਂ ਸੀ। ਜੇ ਭਾਈ ਮਰਦਾਨੇ ਨੂੰ ਪਿਆਸ ਨਾ ਲੱਗਦੀ, ਅੱਜ ਪੰਜਾ ਸਾਹਿਬ ਦੇ ਕਿਹਨੇ ਦਰਸ਼ਨ ਕਰਨੇ ਸੀ। ਜੇ ਭਾਈ ਮਰਦਾਨੇ ਨੂੰ ਪਿਆਸ ਲੱਗੀ, ਉਹ ਪਿਆਸ ਲੱਗਣਾ ਹੀ ਇੱਕ ਬਹਾਨਾ ਸੀ। ਹੰਕਾਰ ਕਿਹਦਾ ਸੀ? ਬਲੀ ਕੰਧਾਰੀ ਦਾ ਤੋੜਿਆ। ਭਾਈ ਮਰਦਾਨਾ ਜੀ ਗਏ, ਉਹ ਕਹਿੰਦਾ ਮੈਂ ਨਹੀਂ ਪਾਣੀ ਦੇਣਾ, ਭਾਜਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਾ। ਫਿਰ ਗਏ, ਫਿਰ ਵਾਪਸ ਆਏ, ਫਿਰ ਗਏ। ਕਹਿਣ ਲੱਗਾ ਬਾਬਾ ਜੇ ਪਿਆਸਾ ਹੀ ਮਾਰਨਾ। ਗੁਰੂ ਨਾਨਕ ਸਾਹਿਬ ਕਹਿੰਦੇ ਤੈਨੂੰ ਪਿਆਸਾ ਨਹੀਂ, ਅਸੀਂ ਤਾਂ ਦੁਨੀਆ ਰਜ਼ਾ ਦੇਣੀ ਹੈ, ਇਹ ਸੇਵਾ ਤੇਰੀ ਲੱਗਣੀ ਆ। ਹੰਕਾਰ ਉਹਦਾ ਟੁੱਟਣਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉੱਥੋਂ ਪੱਥਰ ਚੱਕਿਆ, ਪਾਣੀ ਨਿਕਲਿਆ। ਅੱਜ ਤੱਕ
ਪੰਜਾ ਸਾਹਿਬ ਨੂੰ ਉੱਥੇ ਪੱਥਰ ਨੂੰ ਬੜਾ ਖੁਰਚ ਕੇ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਅੱਜ ਤੱਕ ਉਸ ਪੰਜੇ ਦੇ ਵਿੱਚੋਂ ਜਲ ਅੱਜ ਤੱਕ ਵਹਿ ਰਿਹਾ ਜੇ। ਭਾਈ ਮਰਦਾਨਾ ਜੀ ਨੂੰ ਭੁੱਖ ਨਾ ਲੱਗਦੀ। ਭਾਈ ਮਰਦਾਨਾ ਜੀ ਕਿੱਥੇ ਗਏ? ਪਟਨਾ ਸਾਹਿਬ। ਕਹਿਣ ਲੱਗੇ ਮਹਾਰਾਜ ਭੁੱਖ ਲੱਗੀ ਹੈ। ਮਹਾਰਾਜ ਕਹਿੰਦੇ ਚੰਗਾ ਇੱਦਾਂ ਕਰ, ਆਹ ਚੱਕ ਮੋਹਰਾਂ, ਜਾਂ ਬਾਜ਼ਾਰ 'ਚ ਜਾ ਕੇ ਵੇਚਿਆ। ਵੇਚਣ ਗਿਆ, ਉੱਥੋਂ ਪਹਿਲਾਂ ਉਹ ਇੱਕ ਡਾਇਮੰਡ ਦਿੱਤਾ, ਪੱਥਰ ਦਿੱਤਾ ਇੱਕ, ਇਹਨੂੰ ਬਾਜ਼ਾਰ 'ਚ ਵੇਚਿਆ। ਬਾਜ਼ਾਰ 'ਚ ਦੇਣ ਗਿਆ, ਸਬਜ਼ੀ ਵਾਲੇ ਕੋਲ ਪੁੱਛਿਆ, ਉਹ ਕਹਿੰਦਾ ਭਾਈ ਦੋ ਮੂਲੀਆਂ ਲੈ ਜਾ, ਸਲਗਮ ਲੈ ਜਾ, ਗਾਜਰਾਂ ਲੈ ਲਾ ਭਾਈ, ਪੱਥਰ ਦੇ ਬੱਟੇ ਮੈਂ ਕੀ ਦੇ ਸਕਦਾ। ਕੱਪੜੇ ਵਾਲੇ ਕੋਲ ਗਿਆ, ਉਹ ਕਹਿਣ ਲੱਗਾ ਭਾਈ 2 ਗਜ ਕੱਪੜਾ ਲੈ ਲਾ, ਪੱਥਰ ਮੇਰੇ ਕੰਮ ਦਾ ਕੀ, ਪੈਸੇ ਲਿਆ। ਫਿਰ ਵਾਪਸ ਆ ਗਿਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਹਲੇ ਵਪਾਰੀ ਨਹੀਂ ਮਿਲਿਆ, ਤੂੰ ਜਾ, ਇਹ ਆਮ ਪੱਥਰ ਨਹੀਂ ਹੈ, ਜਾ। ਮਿਲਿਆ ਕੌਣ? ਸਾਲਸਰਾਏ। ਜਦੋਂ ਸਾਲਸਰਾਏ ਜੌਹਰੀ ਨੇ ਪੱਥਰ ਨੂੰ ਵੇਖਿਆ ਨਾ, ਉਹ ਕਹਿਣ ਲੱਗਾ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ, ਭੇਟਾ ਦੇ ਸਕਦਾ। ਉਹਨੇ ਸੋਨੇ ਦੀਆਂ ਮੋਹਰਾਂ ਥਾਲ ਭਰ ਕੇ ਦਿੱਤੀਆਂ ਵੀ ਆਹ ਲੈ ਜਾ, ਮੁੱਲ ਨਹੀਂ ਮੈਂ ਦੇ ਸਕਦਾ। ਤੇ ਭਾਈ ਮਰਦਾਨਾ ਜੀ ਉਹ ਲੈ ਕੇ ਆ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਜਾ ਵਾਪਸ ਮੁੜਿਆ। ਹੁਣ ਕਿਤੇ ਸਾਡੇ ਵਰਗਾ ਆਮ ਹੁੰਦਾ ਉਹ ਤਾਂ ਰਸਤੇ 'ਚ ਦੱਬ ਕੇ ਕਹਿ ਦੇਣਾ ਸੀ ਵੀ ਮੈਂ ਤਾਂ ਵਾਪਸ ਮੋੜ ਆਇਆ। ਦੇਖੋ ਕਿੱਡਾ ਵਿਸ਼ਵਾਸ ਸੀ। ਫਿਰ ਉਹਦਾ ਨੌਕਰ ਅਦਰਕਾ ਆਇਆ। ਸੱਚ ਜਾਣਿਓ, ਭਾਈ ਮਰਦਾਨਾ ਜੀ ਨੂੰ ਲੱਗੀ ਭੁੱਖ, ਉਸ ਭੁੱਖ ਨੇ ਭਾਈ ਅਦਰਕਾ ਨੂੰ ਬ੍ਰਹਮ ਗਿਆਨ ਕਰਵਾ ਦਿੱਤਾ। ਉਸ ਭੁੱਖ ਨੇ ਸਾਲਸਰਾਏ ਜੌਹਰੀ ਨੂੰ ਬ੍ਰਹਮ ਗਿਆਨ ਕਰਵਾ ਦਿੱਤਾ। ਉਹ ਭਾਈ ਮਰਦਾਨਾ ਜੀ ਨੂੰ ਜੇ ਭੁੱਖ ਲੱਗੀ ਤਾਂ ਸਾਲਸਰਾਏ ਜੌਹਰੀ ਕਹਿਣ ਲੱਗਿਆ ਬਾਬਾ ਨਾਨਕਾ ਹੁਣ ਮੁੜ ਕੇ ਕਦੋਂ ਪ੍ਰਸ਼ਾਦਾ ਛਕਣ ਆਏਗਾ? ਗੁਰੂ ਸਾਹਿਬ ਕਹਿਣ ਲੱਗੇ ਭਾਈ ਹੁਣ ਨਹੀਂ ਸਮਾਂ ਲੱਗਣਾ। ਕਹਿਣ ਲੱਗਿਆ ਫਿਰ ਵਾਅਦਾ ਕਰੋ। ਤਾਂ ਗੁਰੂ ਨਾਨਕ ਸਾਹਿਬ ਜੀ ਹੱਸ ਪਏ, ਕਹਿਣ ਲੱਗੇ ਹੁਣ ਤਾਂ ਅਸੀਂ ਫਿਰ ਜੇ ਆਵਾਂਗੇ 10ਵੇਂ ਜਾਮੇ ਵਿੱਚ ਆਵਾਂਗੇ, ਉਸੇ ਘਰ ਵਿੱਚ, ਉਸੇ ਸਾਲਸਰਾਏ ਜੌਹਰੀ ਦੇ ਘਰ ਵਿੱਚ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹਨੇ ਦਰਸ਼ਨ ਕਰਨੇ ਸੀ? ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ 19 ਰਾਗ 974 ਸ਼ਬਦ, ਧੰਨ ਗੁਰੂ ਨਾਨਕ ਸਾਹਿਬ ਦੇ 19 ਰਾਗ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 974 ਸ਼ਬਦ, ਤੇ ਭਾਈ ਮਰਦਾਨਾ ਜੀ ਨੇ 19 ਰਾਗਾਂ ਦੇ ਵਿੱਚ ਕੱਲੇ ਕੱਲੇ ਸ਼ਬਦ ਨੂੰ ਗਾਇਆ। ਪਿੱਛੇ ਜੇ ਇੱਕ ਬੜੀ ਗੱਲ ਚੱਲੀ ਕਿ ਜਿਹੜੇ ਭਾਈ ਮਰਦਾਨਾ ਜੀ ਦੀ ਰਬਾਬ ਕਿੱਥੇ ਹੈ। ਮੈਂ ਉਹ ਵਿਖਾਉਣਾ ਸੀ ਇੱਥੇ, ਇਸੇ ਕਰਕੇ ਪ੍ਰੋਜੈਕਟਰ ਲਾਉਣਾ ਸੀ ਇਸਨੇ। ਅਸੀਂ ਉਹ ਰਬਾਬ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਚਲੋ ਲੱਭਦੇ ਆ। ਦਾਸ ਨੂੰ ਇੰਨਾ ਕੁ ਪਤਾ ਲੱਗਿਆ, ਗਿਆਨੀ ਗਿਆਨ ਸਿੰਘ ਜੀ ਦੀ ਕਿਤਾਬ ਹੈ ਇੱਕ, ਕਿ ਗੁਰੂ ਨਾਨਕ ਸਾਹਿਬ ਜੀ ਜੰਮੂ ਵੱਲੋਂ ਜਦੋਂ ਆਏ ਨੇ, ਚਨੈਨੀ ਵੱਲ ਹੋ ਕੇ ਆਏ ਨੇ। ਉੱਥੇ ਇੱਕ ਪਿੰਡ ਹੈ ਰਬਾਬਾਂ ਵਾਲਾ ਪਿੰਡ, ਧਿਆਨ ਨਾਲ ਸੁਣਨਾ ਜੀ, ਸ਼ਾਇਦ ਤੁਸੀਂ ਵੀਡੀਓ ਵੀ ਵੇਖੀ ਹੋਏਗੀ ਦਾਸ ਦੀ। ਜਦੋਂ ਉਸ ਪਿੰਡ ਦਾ ਪਤਾ ਲੱਗਿਆ ਤਾਂ ਦਾਸ ਨੇ ਟੈਲੀ ਕਰਨਾ ਸ਼ੁਰੂ ਕਰ ਦਿੱਤਾ। ਆਖਰ ਸਾਨੂੰ ਇੱਕ ਕਿਉਂ ਮਿਲ ਗਿਆ ਜੰਮੂ ਤੋਂ ਕਿ ਜਿਹੜਾ ਤੁਸੀਂ ਰਸਤਾ ਦੱਸਦੇ ਹੋ ਇਹ ਰਸਤਾ ਜਾਂਦਾ ਉਧਮਪੁਰ ਨੂੰ। ਉਧਮਪੁਰ ਤੋਂ ਸਰਦਾਰ ਮੋਹਨ ਸਿੰਘ ਜੀ, ਉਹਨਾਂ ਦੇ ਨਾਲ ਗੱਲਬਾਤ ਹੋਈ, ਕਹਿਣ ਲੱਗੇ ਖੋਜੀ ਸਾਹਿਬ ਹੈਗਾ, ਆ ਜਾਓ। 1947 ਤੋਂ ਪਹਿਲਾਂ ਉਸ ਇਲਾਕੇ 'ਚ ਕੋਈ ਸਿੱਖ ਨਹੀਂ ਸੀ ਵਸਦਾ, ਕੋਈ ਵੀ ਸਿੱਖ। ਸਰਦਾਰ ਮੋਹਨ ਸਿੰਘ ਜੀ ਬਾਗੀ ਕਹਿੰਦੇ ਜਦੋਂ ਅਸੀਂ ਪਾਕਿਸਤਾਨ ਤੋਂ 1947 'ਚ ਸਾਡਾ ਪਰਿਵਾਰ ਆਇਆ, ਉਹਨਾਂ ਨੇ ਥੋੜ੍ਹਾ ਜਿਹਾ ਕੰਮ ਕੀਤਾ। ਇਹ ਉਧਮਪੁਰ ਪੈਂਦਾ ਜੀ ਅੰਮ੍ਰਿਤਸਰ ਤੋਂ 250 ਕਿਲੋਮੀਟਰ। ਜਦੋਂ ਜੰਮੂ ਜਾਂਦੇ ਹੋ, ਸਾਂਬਾ ਤੋਂ 3 ਘੰਟੇ ਚੜ੍ਹਾਈ ਪੈਂਦੀ ਹੈ ਜੀ ਪਹਾੜਾਂ ਦੀ। ਉਧਮਪੁਰ ਤੋਂ 40 ਕਿਲੋਮੀਟਰ ਹੋਰ ਉੱਪਰ ਚਲੇ ਜਾਓ। ਉਦੋਂ ਕੋਈ ਰਸਤਾ ਨਹੀਂ ਸੀ ਜਦੋਂ ਅਸੀਂ ਹੁਣ ਗਏ, ਹੁਣ ਵੀ ਬੜੀ ਮੁਸ਼ਕਲ, ਘੱਟੋ ਘੱਟ 40 ਕਿਲੋਮੀਟਰ ਜਾਣ ਲਈ ਸਾਨੂੰ 3 ਤੋਂ 4 ਘੰਟੇ ਲੱਗੇ। ਅੱਜ ਵੀ ਕੋਈ ਪੱਕਾ ਘਰ ਨਹੀਂ ਉੱਥੇ, ਕੋਈ ਪੱਕਾ ਘਰ ਨਹੀਂ ਹੈ। ਜਦੋਂ ਅਸੀਂ
8-10 ਸਿੰਘ ਇਕੱਠੇ ਹੋ ਕੇ ਗਏ। ਮੋਹਨ ਸਿੰਘ ਬਾਗੀ ਕਹਿਣ ਲੱਗੇ ਵੀ ਉੱਥੋਂ ਨਾ ਉੱਪਰੋਂ ਕੁਝ ਜਿਹੜੇ ਡੋਗਰੇ ਨੇ, ਡੋਗਰੀ ਭਾਸ਼ਾ ਬੋਲਣ ਵਾਲੇ ਲੋਕ ਨੇ, ਉਹ ਆਉਂਦੇ ਨੇ, ਉਹ ਰਬਾਬ ਲੈ ਕੇ ਆਉਂਦੇ ਨੇ, ਇੱਕ ਛੋਟੀ ਜਿਹੀ ਰਬਾਬ ਆ ਉਹਨਾਂ ਦੇ ਕੋਲ। ਉਹ ਆ ਕੇ ਜਦੋਂ ਗਾਉਂਦੇ ਨੇ, ਉਹ ਪਹਿਲਾਂ ਮੂਲ ਮੰਤਰ ਦਾ ਪਾਠ ਕਰਦੇ ਨੇ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਹੌਲੀ ਹੌਲੀ ਇਦੋਂ ਬਾਅਦ ਪੰਕਤੀਆਂ ਗਲਤ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਜਾਂ ਤਾਂ ਭੁੱਲਦੇ ਨੇ, ਫਿਰ ਹੌਲੀ ਹੌਲੀ ਡੋਗਰੀ ਭਾਸ਼ਾ ਦੇ ਗੀਤ ਸ਼ੁਰੂ ਹੋ ਜਾਂਦੇ ਨੇ। ਪਰ ਪਹਿਲੀ ਵਾਰ ਜਦੋਂ ਰਬਾਬ ਵਜਾਉਂਦੇ ਨੇ, ਉਹ ਰਬਾਬ ਦੇ ਉੱਤੇ ਬਾਣੀ ਪੜ੍ਹਦੇ ਨੇ। ਤਾਂ ਸਾਡੀ ਟੀਮ ਚੱਲ ਪਈ ਜੀ ਉਸ ਪਾਸੇ। ਉਧਮਪੁਰ ਤੋਂ ਇੱਕ ਅੱਗੇ ਪਿੰਡ ਪੈਂਦਾ ਜੀ ਸ਼ੇਰ ਮਜਲਾ। ਸ਼ੇਰ ਮਜਲਾ ਦੇ ਵਿੱਚ ਪੈਂਦਾ ਇੱਕ ਸਿੱਖਾਂ ਦਾ ਮਹੱਲਾ, ਸਿੱਖ ਕੋਈ ਨਹੀਂ ਹੈ। ਔਰ ਪੂਰੇ ਪਿੰਡ ਦੇ ਵਿੱਚ ਘੱਟੋ ਘੱਟ ਜਿੰਨੇ ਘਰ ਨੇ, ਉਹਨਾਂ ਤੋਂ 30% ਘਰਾਂ ਦੇ ਵਿੱਚ ਰਬਾਬ ਪਈ ਹੈ। ਆਪੇ ਬਣਾਉਂਦੇ ਨੇ ਰਬਾਬ ਜੀ, ਆਪੇ ਬਣਾਉਂਦੇ ਨੇ, ਆਪੇ ਰਬਾਬ ਵਜਾਉਂਦੇ ਨੇ। ਤੇ ਜਦੋਂ ਅਸੀਂ ਉਸ ਪਿੰਡ ਦੇ ਕੱਚੇ ਘਰ ਦੇ ਵਿੱਚ ਗਏ, ਉਹਨਾਂ ਦੇ ਕੋਲ ਇੱਕ ਅਖਰੋਟ ਦੇ ਦਰਖਤ ਦੀ ਬਣੀ ਹੋਈ ਰਬਾਬ ਅੱਜ ਵੀ ਪਈ ਹੈ, ਜਿਹਦੀ ਪੂਜਾ ਕਰਦੇ ਨੇ। ਅਸੀਂ ਪੁੱਛਿਆ ਵੀ ਇਹ ਤੁਹਾਡੇ ਕੋਲ ਕਿੱਦਾਂ ਆਈ? ਉਹ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਜੀ ਤੇ ਭਾਈ ਮਰਦਾਨਾ ਜੀ ਲੇਹ ਲਦਾਖ ਵਾਲੇ ਪਾਸੇ ਤੋਂ, ਉੱਪਰੋਂ ਜੰਮੂ ਵਾਲੇ ਪਾਸੇ ਤੋਂ ਇਸ ਪਾਸੇ ਆਏ, ਤਾਂ ਸਾਡੇ ਪਿੰਡ ਦੇ ਵਿੱਚ ਸਾਨੂੰ ਉਹ ਜਗ੍ਹਾ ਤੇ ਲੈ ਕੇ ਗਏ। ਸਾਡੇ ਪਿੰਡ ਦੇ ਵਿੱਚ ਆਹ ਪੱਥਰ ਅੱਜ ਵੀ ਪਿਆ। ਇਹ ਪੱਥਰ ਦੇ ਕੋਲ ਸਾਡਾ ਇੱਕ ਬਜ਼ੁਰਗ ਸੀ, ਉਸ ਬਜ਼ੁਰਗ ਦੇ ਹੱਥ ਨਹੀਂ ਸੀ ਕੰਮ ਕਰਦੇ, ਕੰਮ ਨਹੀਂ ਸੀ ਕੋਈ ਕਰ ਸਕਦਾ। ਨੌਜਵਾਨ ਬੱਚਾ ਸੀ, ਉੱਥੇ ਬੈਠਾ ਸੀ। ਤੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਉੱਥੇ ਆਏ। ਉੱਥੇ ਆ ਕੇ ਉਹਨਾਂ ਨੇ ਫਿਰ ਰਬਾਬ ਵਜਾਈ। ਜਦੋਂ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਤੇ ਸਾਰੇ ਪਿੰਡਾਂ ਦੇ ਪਹਾੜੀਆਂ ਦੇ ਵਿੱਚ ਰਬਾਬ ਗੂੰਜ ਗਈ, ਬੜੀ ਸੰਗਤ ਆਈ, ਕੀਰਤਨ ਹੋਣਾ ਸ਼ੁਰੂ ਹੋ ਗਿਆ। ਤੇ ਫਿਰ ਗੁਰੂ ਨਾਨਕ ਸਾਹਿਬ ਨੇ ਹਾਂਡੀ ਦੇ ਵਿੱਚ ਦਾਲ, ਪਿੰਡ ਦਿਆਂ ਨੇ ਜੋ ਦਾਲ ਚੌਲ ਉੱਦਾਂ ਦੀ ਚੀਜ਼ਾਂ ਸੀ, ਉਹ ਇਕੱਠੀਆਂ ਕਰਕੇ ਬਣਾਈਆਂ। ਉਹ ਚੁੱਲ੍ਹਾ 3 ਪੱਥਰਾਂ ਦਾ ਅੱਜ ਮੌਜੂਦ ਹੈ ਜੀ। ਪਿੰਡ ਵਾਲੇ ਕਹਿੰਦੇ ਪਾਣੀ ਦੀ ਲੋੜ ਆ। ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਆਸਾ ਮਾਰਿਆ, ਉਹ ਪੱਥਰ 'ਚੋਂ ਪਾਣੀ ਕੱਢਿਆ, ਅੱਜ ਵੀ ਪਾਣੀ ਨਿਕਲ ਰਿਹਾ, ਅੱਜ ਵੀ ਪਾਣੀ ਨਿਕਲ ਰਿਹਾ। ਉਸ ਇੰਨੀ ਡੂੰਘੀ ਸੋਟੀ ਵੱਜੀ ਹੋਈ ਹੈ ਉੱਥੇ। ਤੇ ਜਿਹੜਾ ਉਹ ਨੌਜਵਾਨ ਸੀ, ਉਹਨੇ ਬਾਣੀ ਸੁਣੀ, ਬਾਣੀ ਸੁਣ ਕੇ ਗੁਰੂ ਸਾਹਿਬ ਜੀ ਕਹਿੰਦੇ ਸੇਵਾ ਕਰ। ਉਹ ਸੇਵਾ ਕਰਦਿਆਂ ਕਰਦਿਆਂ ਹੱਥ ਪੈਰ ਕੰਮ ਕਰਨ ਲੱਗ ਗਏ। ਕਿੱਡੀ ਬਖਸ਼ਿਸ਼ ਹੋਈ ਉਹਦੇ ਤੇ। ਕਈ ਦਿਨ ਰਹੇ ਗੁਰੂ ਨਾਨਕ ਸਾਹਿਬ ਜੀ, ਹੱਥ ਪੈਰ ਕੰਮ ਕਰਨ ਲੱਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਾ ਭਾਈ ਕਿਰਤ ਕਰਿਆ ਕਰ, ਹੁਣ ਠੀਕ ਹੋ ਜਾਏਗਾ। ਕਹਿੰਦਾ ਜੀ ਮੈਨੂੰ ਕੰਮੇ ਕੋਈ ਨਹੀਂ ਆਉਂਦਾ, ਮੈਂ ਕਰੂੰ ਕੀ ਕਿਰਤ ਕਰੂੰ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਜਾਂ ਤੇਰੇ ਵਾਲੀ ਰਬਾਬ ਦੇ ਦੇ। ਗੱਜ ਕੇ ਆਖੋ ਸਤਨਾਮ, ਜਾਂ ਕਰ ਦੇ ਬਖਸ਼ਿਸ਼। ਮਰਦਾਨਾ ਕਹਿੰਦਾ ਮਹਾਰਾਜ ਮੈਂ ਕੀ ਵਜਾਊਂ? ਮਹਾਰਾਜ ਕਹਿੰਦੇ ਬੜੀਆਂ ਰਬਾਬਾਂ ਨੇ। ਤੇ ਸੱਚ ਜਾਣਿਓ, ਜਦੋਂ ਉਹ ਨੌਜਵਾਨ ਦੇ ਹੱਥਾਂ ਤੇ ਰਬਾਬ ਰੱਖੀ, ਉਹ ਕਹਿੰਦਾ ਮੈਂ ਵਜਾਊ ਕਿਵੇਂ? ਗੁਰੂ ਨਾਨਕ ਸਾਹਿਬ ਮਰਦਾਨਾ ਜੀ ਕਹਿਣ ਲੱਗੇ ਭਾਈ ਆਉਂਦਾ ਮੈਨੂੰ ਵੀ ਕੁਝ ਨਹੀਂ ਸੀ, ਜਦੋਂ ਬਾਬੇ ਨਾਨਕ ਦੀ ਮਿਹਰ ਹੋ ਗਈ ਤਾਂ ਮਰਦਾਨ ਇਹ ਰਬਾਬ ਦੀਆਂ ਤਾਰਾਂ ਵੀ ਆਪਣੇ ਆਪ ਬ੍ਰਹਮ ਗਿਆਨ ਗਾਉਣ ਲੱਗ ਗਈਆਂ। ਉਸ ਸਮੇਂ ਉਹ ਰਬਾਬ ਉਹਨਾਂ ਦੇ ਨਗਰ ਵਿੱਚ ਦਿੱਤੀ। ਤੇ ਮਰਦਾਨਾ ਜੀ ਕਹਿ ਲਗੇ ਆ ਮੇਰੇ ਨਾਲ ਇੱਕ ਵਾਰ ਗਾ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਬਾਬਾ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਬਾਬਾ, ਤੂੰ ਹੀ ਨਿਰੰਕਾਰ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਉਸ ਦਿਨ ਤੋਂ ਲੈ ਕੇ ਉਹਨਾਂ ਦਾ ਰੁਜ਼ਗਾਰ ਬਣ ਗਿਆ। ਅੱਜ ਪੂਰਾ ਪਿੰਡ, ਸ਼ੇਰ ਮੰਜਲਾ ਪਿੰਡ ਦਾ ਨਾਮ ਹੈ,
मैं बिट्टू जी ਨੂੰ ਕਿਹਾ ਸੀ ਆਪਾਂ ਚੱਲਾਂਗੇ ਉੱਥੇ, ਗੁਰੀਆ ਜੀ ਨੂੰ ਮੈਂ ਕਿਹਾ ਸੀ, ਜੀਤ ਖਾਨ ਜੀ ਨੂੰ ਕਿਹਾ ਸੀ ਆਪਾਂ ਚੱਲਦੇ ਆ। ਮੈਂ ਜਾ ਕੇ ਆਇਆ ਤੇ ਸਾਨੂੰ ਉਹ ਰਬਾਬ ਦੇ ਦਰਸ਼ਨ ਕਰਕੇ ਆਉਣੇ ਚਾਹੀਦੇ ਨੇ। 1984 ਤੋਂ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਬਣਿਆ, ਲੇਕਿਨ ਉਹ ਗੁਰਦੁਆਰਾ ਸਾਹਿਬ 1984 'ਚ ਢਾਹ ਦਿੱਤਾ ਸੀ। ਸਾਰੇ ਡਾਕੂਮੈਂਟ ਪਏ ਨੇ। ਭਾਈ ਮਰਦਾਨਾ ਜੀ ਦੀ ਰਬਾਬ ਅੱਜ ਤੱਕ ਵੀ ਉਸ ਇਲਾਕੇ 'ਚ ਗੂੰਜਦੀ ਹੈ। ਕਦੇ ਵੀਡੀਓ ਭੇਜੂੰਗਾ, ਤੁਸੀਂ ਸਾਰੀ ਵੀਡੀਓ ਵੇਖਿਓ। ਦਾਸ ਉਹ ਆਪ ਜੀ ਨੂੰ ਚੀਜ਼ਾਂ ਦੱਸਣ ਲੱਗਿਆ ਜਿਹੜੀਆਂ ਭਾਈ ਮਰਦਾਨਾ ਜੀ ਦੇ ਜੀਵਨ ਵਿੱਚ ਵਰਤੀਆਂ ਨੇ ਤੇ ਦਾਸ ਨੇ ਵੇਖੀਆਂ ਨੇ। ਜਦੋਂ ਦਾਸ ਨੇ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਦੀ ਯਾਤਰਾ ਆਰੰਭ ਕੀਤੀ, ਸਾਨੂੰ 2 ਸਾਲ ਲੱਗੇ। 2 ਸਾਲ ਤੱਕ ਅਸੀਂ ਪਟਨਾ ਸਾਹਿਬ ਪਹੁੰਚੇ। ਪਟਨਾ ਸਾਹਿਬ ਤੋਂ ਪਿੱਛੇ ਅਸੀਂ ਗਿਆ ਤੋਂ ਬੋਧ ਗਿਆ ਤੋਂ ਪਟਨਾ ਸਾਹਿਬ ਜਾਣਾ ਸੀ। ਸੁਣਨ ਵਾਲੀ ਗੱਲ ਹੈ ਜੀ। ਜਦੋਂ ਉਸ ਪਾਸੇ ਜਾਣਾ, ਰਾਤ ਪੈ ਗਈ ਤਾਂ ਅਸੀਂ ਗੱਡੀ ਨੂੰ, ਨਾ ਤਾਂ ਨੈਟਵਰਕ ਚੱਲਦਾ ਸੀ, ਅਸੀਂ ਗੱਡੀ ਝਾਰਖੰਡ ਵੱਲ ਨੂੰ ਪਾ ਦਿੱਤੀ। ਝਾਰਖੰਡ ਦੇ ਬਾਰਡਰ ਤੇ ਪਹੁੰਚ ਗਏ। ਉੱਥੇ ਪੁੱਛਿਆ, ਪੰਜਾਬੀਆਂ ਦਾ ਹੋਟਲ ਸੀ ਵੀ ਇਸ ਤਾਂ ਪਟਨਾ ਸਾਹਿਬ ਜਾਣਾ। ਕਹਿੰਦੇ ਭਾਈ ਸਾਹਿਬ ਤੁਸੀਂ ਕਿਹੜੇ ਰਸਤੇ ਆ ਗਏ? ਇਹ ਤਾਂ ਝਾਰਖੰਡ ਹੈ, ਪਟਨਾ ਸਾਹਿਬ ਦੂਸਰੀ ਤਰਫ ਹੈ, ਤੁਹਾਨੂੰ ਗਲਤ ਪਾ ਦਿੱਤਾ। ਤੁਸੀਂ ਇੱਦਾਂ ਕਰੋ, ਇਹ ਰਸਤਾ ਬੜਾ ਖਰਾਬ ਆ, ਤੁਸੀਂ ਜਿੰਨੀ ਜਲਦੀ 8-9 ਵਜੇ ਤੋਂ ਪਹਿਲਾਂ ਅੱਗੇ ਇੱਕ ਛੋਟਾ ਜਿਹਾ ਸ਼ਹਿਰ ਪੈਂਦਾ, ਉੱਥੇ ਪਹੁੰਚ ਜਾਓ, ਉੱਥੇ ਤੁਹਾਨੂੰ ਹੋਟਲ ਮਿਲ ਜਾਏਗਾ। ਅਸੀਂ ਉੱਥੇ ਪਹੁੰਚੇ ਜੀ। ਪਿੰਡ ਦਾ ਨਾਮ ਸੀ ਜੀ, ਜਗ੍ਹਾ ਦਾ ਨਾਮ ਸੀ ਰਜੌਲੀ। ਜਦੋਂ ਅਸੀਂ ਪਹੁੰਚੇ, ਹੋਟਲ ਲੈ ਲਿਆ ਜੀ। ਹੋਟਲ 'ਤੇ ਰਹੇ। ਸਵੇਰੇ ਉੱਠੇ, ਇਸ਼ਨਾਨ ਪਾਣੀ ਕੀਤਾ, ਬਾਹਰ ਨਿਕਲੇ, ਚਾਹ ਪੀਣ ਲੱਗੇ। ਸਾਨੂੰ ਉੱਥੇ ਦੇ ਜਿਹੜੇ ਬਿਹਾਰੀ ਲੋਕ ਪੁੱਛਦੇ ਨੇ, ਸਰਦਾਰ ਜੀ ਕਾ ਸੰਗਤ ਮੇਂ ਆਏ ਹੈ? ਜਦੋਂ ਇੰਨੀ ਗੱਲ ਕਹੀ ਨਾ ਸੰਗਤ, ਕਿਉਂਕਿ ਦਾਸ ਪਿੱਛੇ ਜਿੰਨੇ ਵੀ ਸਥਾਨਾਂ ਦੇ ਬਿਹਾਰ ਦੇ ਵਿੱਚ, MP ਦੇ ਵਿੱਚ ਜਿਹੜੇ ਪੁਰਾਣੇ ਗੁਰਦੁਆਰੇ ਨੇ, ਉਹਨੂੰ ਗੁਰਦੁਆਰਾ ਸਾਹਿਬ ਨਹੀਂ ਕਹਿੰਦੇ, ਸੰਗਤ ਸਾਹਿਬ ਕਹਿੰਦੇ ਨੇ। ਸੰਗਤ ਮੇਂ ਆਇਆ ਹੈ ਕਾ? ਅਸੀਂ ਕਿਹਾ ਜੀ ਇੱਥੇ ਸੰਗਤ ਹੈਗੀ। ਕਹਿੰਦੇ ਹੈਗੀ ਅੰਦਰ ਸ਼ਹਿਰ 'ਚ। ਅਸੀਂ ਜੀ ਜਦੋਂ ਸੰਗਤ 'ਚ ਗਏ, ਘੱਟੋ ਘੱਟ ਅੱਜ ਜਿੰਨੀ ਗੁਰਦੁਆਰਾ ਸਾਹਿਬ ਦੀ ਜਗ੍ਹਾ, ਇਹਦੋਂ 100 ਗੁਣਾ ਵੱਧ ਜਗ੍ਹਾ ਲਾ ਲਓ ਤੁਸੀਂ, 100 ਗੁਣਾ ਵੱਧ। ਇੱਥੋਂ ਲੈ ਕੇ ਜਿਹੜਾ ਗੁਰਦੁਆਰਾ ਨਿੰਮ ਸਾਹਿਬ ਤੱਕ ਐਡਾ ਵੱਡਾ ਮਹਿਲ। ਉਸ ਮਹਿਲ ਦੇ ਅਸੀਂ ਪੁਜਾਰੀ ਨੂੰ ਜਾ ਕੇ ਮਿਲੇ। ਉਸ ਪੁਜਾਰੀ ਨੇ ਸਾਨੂੰ ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਾਏ। ਕਹਿੰਦੇ ਇਹ ਗੁਰੂ ਨਾਨਕ ਦੀ ਸੰਗਤ ਹੈ। ਅਸੀਂ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ, ਨਾਲ ਦੀ ਨਾਲ ਲੈਪਟਾਪ ਖੋਲ੍ਹਿਆ ਵੀ ਗੁਰੂ ਨਾਨਕ ਸਾਹਿਬ ਜੀ ਇੱਥੇ ਕਿਵੇਂ ਆਏ, ਕਦੋਂ ਆਏ, ਕੀ ਇਤਿਹਾਸ ਹੈ। ਉਹ ਕਹਿਣ ਲੱਗੇ ਭਾਈ ਸਾਹਿਬ ਜੀ ਇੱਕ ਸੰਗਤ ਹੋਰ ਹੈ ਹਮਾਰੀ, ਇੱਥੋਂ 30 ਕਿਲੋਮੀਟਰ ਹੋਰ, ਉੱਥੇ ਵੀ ਤੁਹਾਨੂੰ ਲੈ ਕੇ ਚੱਲਾਂਗੇ। ਹੁਣ ਜਦੋਂ ਸਾਨੂੰ ਉਹ 30 ਕਿਲੋਮੀਟਰ ਹੋਰ ਅੱਗੇ ਲੈ ਕੇ ਗਏ, ਅਕਬਰਪੁਰ ਸ਼ਹਿਰ ਦੇ ਅੰਦਰ ਜਾ ਕੇ ਜਦੋਂ ਸਾਨੂੰ ਘੱਟੋ ਘੱਟ 1-1.5 ਘੰਟਾ ਲੱਗਿਆ। ਸ਼ਹਿਰ ਦੇ ਅੰਦਰ ਇੰਨੀ ਭੀੜ ਸੀ। ਜਦੋਂ ਅਸੀਂ ਸ਼ਹਿਰ ਦੇ ਅੰਦਰ ਅਕਬਰਪੁਰ ਗਏ ਤਾਂ ਅਕਬਰਪੁਰ ਦੇ ਵਿੱਚ ਇੱਕ ਬਹੁਤ ਵੱਡਾ ਮਹਿਲ 700 ਸਾਲ ਪੁਰਾਣਾ ਅੱਜ ਵੀ ਮੌਜੂਦ ਹੈ। ਹਾਲੇ 1.5-2 ਸਾਲ ਹੋਏ ਨੇ ਵੇਖ ਕੇ ਇਹਨੂੰ। ਮੇਰੇ ਕੋਲ ਫੋਟੋਆਂ, ਮੇਰੇ ਕੋਲ ਵੀਡੀਓ, ਉਹੀ ਵਿਖਾਉਣੀ ਸੀ ਸਾਰੀ ਇੱਥੇ ਸੀ ਪ੍ਰੋਜੈਕਟਰ ਦੇ ਉੱਤੇ। ਹੁਣ ਜਦੋਂ ਇਤਿਹਾਸ ਪੜ੍ਹਿਆ, ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਉਹ ਰਜੌਲੀ ਨਾਮ ਕਿਵੇਂ ਪਿਆ, ਰਾਜਾ ਤੇ ਵਲੀ। ਰਜੌਲੀ ਦੇ ਵਿੱਚ ਇੱਕ ਰਾਜਾ ਸੀ, ਇੱਕ ਉੱਥੇ ਦਾ ਵਲੀ ਸੀ ਮੁਸਲਮਾਨ। ਰਾਜਾ ਜਿਹੜਾ ਸੀ ਵਲੀ ਨੂੰ ਮੰਨਦਾ ਸੀ, ਤੇ ਜਿਹੜਾ ਉਹ ਰਾਜਾ ਨੇ ਇੰਨਾ ਵੱਡਾ ਮਹਿਲ ਬਣਾਇਆ ਸੀ ਨਾ ਜੀ। ਉਹ ਮਹਿਲ ਕਿੱਦਾਂ ਬਣਾਇਆ ਸੀ? ਲੋਕਾਂ ਨੂੰ ਠੱਗ ਕੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਜਗ੍ਹਾ ਤੇ ਪਹੁੰਚੇ, ਇਹਨਾਂ ਨੇ ਕਿਹਾ ਕੋਈ ਸ਼ਾਹੂਕਾਰ ਆ ਗਏ, ਬੜਾ ਧਨ ਦੌਲਤ ਲੱਗਦਾ ਇਹਨਾਂ ਕੋਲ, ਇਹਨਾਂ ਨੂੰ ਲੁੱਟ ਲਓ, ਮਾਰ ਦਿਓ। ਇਹ ਤੁਸੀਂ ਇਤਿਹਾਸ ਪੜ੍ਹਿਆ ਹੋਏਗਾ। ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਉੱਥੇ ਬੰਨ੍ਹ ਲਿਆ ਤੇ ਭਾਈ ਮਰਦਾਨਾ ਜੀ ਨੂੰ ਵੀ ਬੰਨ੍ਹ ਲਿਆ। ਕਹਿੰਦੇ ਤੁਹਾਨੂੰ ਮਾਰ ਦੇਣਾ ਜੇ, ਤੁਹਾਨੂੰ ਅਸੀਂ ਮਾਰ ਦੇਣਾ ਜੇ। ਭਾਈ ਮਰਦਾਨਾ ਜੀ ਕਹਿ ਲੱਗੇ ਮਹਾਰਾਜ ਹੁਣ ਕੀ ਬਣੂ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਰੱਬ ਦੇ ਰੰਗ ਵੇਖ। ਭਾਈ ਮਰਦਾਨਾ ਜੀ ਨੂੰ ਵੀ ਬੰਨ੍ਹ ਲਿਆ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਬੰਨ੍ਹ ਲਿਆ। ਉਹ ਕਹਿਣ ਲੱਗੇ ਸਾਨੂੰ ਛੱਡ ਦਿਓ। ਕਹਿੰਦੇ ਦੇਖੋ ਜੇ ਤੁਹਾਨੂੰ ਛੱਡ ਦਿੱਤਾ
ਤਾਂ ਤੁਸੀਂ ਜਾ ਕੇ ਦੂਜੀ ਜਗ੍ਹਾ ਤੇ ਦੱਸੋਗੇ ਵੀ ਉਹ ਜਗ੍ਹਾ ਤੇ ਲੁਟੇਰੇ ਨੇ, ਉੱਥੇ ਦਾ ਰਾਜਾ ਲੁਟੇਰਾ ਹੈ। ਕਹਿੰਦੇ ਹੁਣ ਕਰੋਗੇ ਕੀ? ਕਹਿੰਦੇ ਬਸ ਇੱਥੇ ਬੰਨ੍ਹ ਕੇ ਮਾਰ ਦੇਣਾ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਫਿਰ ਇੱਦਾਂ ਕਰੋ, ਤੁਹਾਡਾ ਵੀ ਕੋਈ ਧਰਮ ਹੋਏਗਾ ਵੀ ਘੱਟੋ ਘੱਟ ਸਾਨੂੰ ਮਾਰਨ ਤੋਂ ਬਾਅਦ ਸੰਸਕਾਰ ਤਾਂ ਕਰ ਦਿਓ, ਸੰਸਕਾਰ ਤਾਂ ਕਰ ਦਿਓ। ਆਹ ਤੁਹਾਨੂੰ ਮੈਂ ਲੱਕੜਾਂ ਅਸੀਂ ਇਕੱਠੀਆਂ ਕਰਵਾ ਦਿੰਦੇ ਹਾਂ। ਇਹ ਵੀ ਦੱਸਦੇ ਨੇ ਗੁਰੂ ਨਾਨਕ ਸਾਹਿਬ ਨੇ ਆਪ ਲੱਕੜਾਂ ਇਕੱਠੀਆਂ ਕਰਵਾਈਆਂ। ਜਦੋਂ ਲੱਕੜਾਂ ਇਕੱਠੀਆਂ ਕੀਤੀਆਂ, ਮਹਾਰਾਜ ਕਹਿੰਦੇ ਅੱਗ ਕਿੱਥੋਂ ਲੈ ਕੇ ਆਓਗੇ? ਦੋ ਉਹਨਾਂ ਦੇ ਕੋਲ ਖੜ ਕੇ ਦੋ ਬੰਦੇ ਅੱਗ ਲੈਣ ਚਲੇ ਗਏ। ਜਦੋਂ ਅੱਗ ਲੈਣ ਵਾਸਤੇ ਗਏ, ਭਾਈ ਮਰਦਾਨਾ ਜੀ ਨੂੰ ਮਾਰਨ ਲੱਗੇ ਨੇ, ਗੁਰੂ ਨਾਨਕ ਦੇਵ ਜੀ ਨੂੰ ਮਾਰਨ ਲੱਗੇ ਨੇ। ਜਦੋਂ ਅੱਗ ਲੈਣ ਗਏ ਨੇ, ਜਦੋਂ ਗੁਰੂ ਨਾਨਕ ਸਾਹਿਬ ਨੇ ਇੱਦਾਂ ਉਂਗਲੀ ਕੀਤੀ ਨਾ ਜੀ, ਜਾਂ ਅੱਗ ਲੈ ਕੇ ਆ, ਕਹਿੰਦੇ ਉੱਥੇ ਜਿਹਦਾ ਸੰਸਕਾਰ ਕੀਤਾ ਜਾਣਾ ਸੀ, ਉਹ ਵਿਅਕਤੀ ਦੀ ਆਤਮਾ ਸਾਹਮਣੇ ਆਈ। ਉੱਥੇ ਦੋ ਚੀਜ਼ਾਂ ਆਈਆਂ, ਇੱਕ ਆਏ ਵੀ ਇਹਨੂੰ ਨਰਕਾਂ 'ਚ ਲੈ ਕੇ ਜਾਣਾ, ਇੱਕ ਕਹਿੰਦੇ ਸਵਰਗਾਂ 'ਚ ਲੈ ਕੇ ਜਾਣਾ। ਉਹ ਕਹਿੰਦੇ ਕਿਉਂ? ਮੈਂ ਸਾਖੀ ਦੇ ਅਨੁਸਾਰ ਦੱਸ ਰਿਹਾ ਜੀ, ਜੋ ਸਾਖੀ ਲਿਖੀ ਹੋਈ ਹੈ। ਉਹ ਕਹਿਣ ਲੱਗੇ ਨੇ ਸਾਰੀ ਜ਼ਿੰਦਗੀ ਪਾਪ ਕੀਤੇ ਨੇ। ਕਹਿੰਦੇ ਸਾਰੀ ਜ਼ਿੰਦਗੀ ਭਾਵੇਂ ਪਾਪ ਕੀਤੇ ਹੋਣ, ਪਰ ਉਹ ਬਾਬਾ ਨਾਨਕ ਦੀ ਇਹਦੇ ਵੱਲ ਇੱਕ ਉਂਗਲ ਹੋ ਗਈ ਹੈ। ਜਦੋਂ ਇਹ ਕ੍ਰਿਸ਼ਮਾ ਦੇਖਿਆ ਨਾ, ਫਿਰ ਉਹ ਗੁਰੂ ਨਾਨਕ ਸਾਹਿਬ ਨੂੰ ਛੱਡਣਾ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਉਸ ਰਾਜੇ ਦੇ ਕੋਲ ਲੈ ਕੇ ਆਏ। ਉਸ ਰਾਜੇ ਨੂੰ ਗੁਰੂ ਨਾਨਕ ਸਾਹਿਬ ਨੇ ਤੋਬਾ ਕਰਵਾਈ, ਤੇ ਜਿਹੜਾ ਉੱਥੇ ਦਾ ਮੁਸਲਮਾਨ ਸੀ, ਪੀਰ ਸੀ, ਉਹਦੀ ਅੱਜ ਵੀ ਜਗ੍ਹਾ ਹੈਗੀ ਆ, ਉੱਥੇ ਵੀ ਜਾ ਕੇ ਆਏ ਦਾਸ। ਤੇ ਦੋਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਸੇਵਕ ਬਣੇ, ਤੇ ਗੁਰੂ ਨਾਨਕ ਸਾਹਿਬ ਦੇ ਨਾਮ ਮਹਿਲ ਨਾਮ ਕਰਾ ਦਿੱਤਾ। ਅੱਜ ਉਹ ਮਹਿਲ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਆ। ਕੋਈ ਸਿੱਖ ਨਹੀਂ ਹੈਗਾ ਉੱਥੇ ਜੀ, ਕੋਈ ਸਿੱਖ ਨਹੀਂ ਹੈਗਾ ਉੱਥੇ। ਅਕਬਰਪੁਰ ਚਾਓ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੇ ਭਾਈ ਮਰਦਾਨਾ ਜੀ ਆਉਂਦੇ ਪਏ ਨੇ, ਇੱਕ ਬੱਚਾ ਕਹਿਣ ਲੱਗਿਆ, ਮਹਾਂਪੁਰਖੋ ਬੜੀ ਦੇਰ ਦੀ ਮਨ ਦੀ ਇੱਛਾ ਸੀ ਕੋਈ ਸਾਧੂ ਸੰਤ ਆਏ, ਮੈਂ ਪ੍ਰਸ਼ਾਦਾ ਛਕਾਵਾਂ, ਤੇ ਮੇਰੇ ਗਰੀਬ ਆ, ਮੇਰੇ ਕੋਲ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਜੋ ਇੱਛਾ ਉਹ ਛਕਾ ਦੇ। ਉਹਨੇ ਹੋਲਾਂ ਭੁੰਨ ਕੇ ਖਵਾਈਆਂ, ਮੂੰਗਫਲੀਆਂ ਭੁੰਨ ਕੇ ਖਵਾਈਆਂ, ਕਈਆਂ ਨੇ ਲਿਖਿਆ ਛੋਲੇ ਭੁੰਨ ਕੇ ਖਵਾਏ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵਾਹ ਰਾਜਾ ਸੁਲਤਾਨ, ਭਉ ਤੇਰਾ ਭਗਵਾਨ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਤਾਂ ਗਰੀਬ ਬੱਚਾ ਹੈ, ਇਹ ਤਾਂ ਕਹਿੰਦਾ ਮੈਂ ਅਨਾਥ ਹਾਂ, ਮੇਰੇ ਮਾਂ-ਬਾਪ ਵੀ ਨਹੀਂ, ਤੁਸੀਂ ਇਹਨੂੰ ਕਹਿੰਦੇ ਸੁਲਤਾਨ, ਆ ਬੈਠ ਸੁਲਤਾਨ, ਤੁਸੀਂ ਇਹਨੂੰ ਰਾਜਾ ਬਣਾਈ ਜਾਂਦੇ ਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਰੱਬ ਦੇ ਰੰਗ ਨਿਆਰੇ ਨੇ, ਇੱਥੇ ਤੱਕ ਇਤਿਹਾਸ ਸੁਣਾਉਂਦੇ ਹੋ। ਤੇ ਉਸ ਰਾਜੇ ਦਾ ਰਾਜਾ ਚੜ੍ਹਾਈ ਕਰ ਗਿਆ ਉਹ ਜਗ੍ਹਾ ਦਾ, ਤੇ ਉਹੀ ਬੱਚਾ ਉੱਥੇ ਦਾ ਰਾਜਾ ਬਣਿਆ, ਔਰ ਮਹਿਲ ਅੱਜ ਵੀ ਹੈਗਾ ਜੀ। ਹੁਣ ਪਟਨਾ ਸਾਹਿਬ ਦੀ ਕਮੇਟੀ ਨੇ ਨਿਸ਼ਾਨ ਸਾਹਿਬ ਲਾਇਆ ਉੱਥੇ ਜਾ ਕੇ। ਆਪ ਦਾਸ 3 ਦਿਨ 4 ਦਿਨ ਉਸ ਮਹਿਲ 'ਚ ਰਹਿ ਕੇ ਆਇਆ। ਅੱਗੇ ਚੱਲਦੇ ਆ ਜੀ। ਦਾਸ ਦੀ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀ ਅਲਮੋੜੇ ਦੀ। ਅਲਮੋੜੇ ਦਾ ਰਾਜਾ ਮਨੁੱਖਾਂ ਦੀ ਬਲੀ ਦੇ ਰਿਹਾ। ਜਦੋਂ ਕੋਈ ਬਾਹਰ ਦਾ ਮਨੁੱਖ ਆਉਂਦਾ ਉਹਨੂੰ ਫੜ ਲੈਂਦਾ, ਤੇ ਭਾਈ ਮਰਦਾਨਾ ਜੀ ਨੂੰ ਫੜ ਲਿਆ। ਜਦੋਂ ਭਾਈ ਮਰਦਾਨਾ ਜੀ ਨੂੰ ਫੜ ਕੇ ਚੱਲੇ, ਕਹਿਣ ਲੱਗੇ ਦੀ ਬਲੀ ਦੇਣੀ ਆ। ਗੁਰੂ ਨਾਨਕ ਸਾਹਿਬ ਜੀ ਚੁੱਪ ਬੈਠੇ। ਮਰਦਾਨਾ ਕਹਿੰਦਾ ਬਾਪੂ ਹੁਣ ਤਾਂ ਬੋਲ ਪਾ, ਮੈਨੂੰ ਮਾਰਨ ਲੱਗੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਮਰ ਜਾਣਿਆ, ਤੈਨੂੰ ਮਰਦਾਨਾ ਕਿਹਾ, ਤੂੰ ਨਹੀਂ ਮਰਦਾ। ਗੱਜ ਗਿਆ ਕੋਈ ਸਤਨਾਮ, ਜਿੱਦਣ ਮਰਨਾ ਤੈਨੂੰ ਦੱਸ ਦੇਵਾਂਗੇ ਭਾਈ। ਜਦੋਂ ਭਾਈ ਮਰਦਾਨਾ ਜੀ ਦੀ ਬਲੀ ਦੇਣ ਲੱਗੇ, ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਬਿਨਾਂ ਰਬਾਬ ਤੋਂ ਸ਼ਬਦ ਗਾਇਆ। ਮਰਦਾਨਾ ਕਹਿੰਦਾ ਮੈਂ ਰਬਾਬ ਵਜਾਉਣੀ ਸੀ। ਮਹਾਰਾਜ ਕਹਿੰਦਾ ਤੂੰ ਬੰਨਿਆ ਬੈਠਾ ਰਹਿ। ਜਦੋਂ ਸ਼ਬਦ ਗਾਇਆ ਤਾਂ ਉੱਥੇ ਦਾ ਰਾਜਾ ਜਿਹੜਾ ਆ ਕੇ ਚਰਨੀ ਪੈ ਗਿਆ, ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਦੇ ਨਾਮ ਤੇ ਜ਼ਮੀਨ ਨਾਮ ਲਗਾਈ। ਅੱਜ ਵੀ ਉੱਥੇ ਗੁਰੂ ਨਾਨਕ ਸਾਹਿਬ ਦਾ ਮੰਦਿਰ ਬਣਿਆ ਹੋਇਆ, ਜਗ੍ਹਾ ਦੱਬੀ ਹੋਈ ਆ ਲੋਕਾਂ ਨੇ। ਉਹ ਦਾਸ ਨੇ ਕਢਵਾਈ ਜਾ ਕੇ ਹੁਣ ਜੀ ਅਲਮੋੜੇ ਦੇ ਅੰਦਰ ਭਾਈ ਮਰਦਾਨਾ ਜੀ ਦੀ। ਮੈਂ ਤਾਂ ਕਹਿੰਦਾ ਵੀ ਜੇ ਕਿਤੇ ਉਹੀ ਜਗ੍ਹਾ ਸੀ ਸਾਨੂੰ ਮਿਲ ਜੇ, ਕੇਸ ਕਰਦੀ ਅਸੀਂ ਜਾ ਕੇ। ਉਹੀ ਜਗ੍ਹਾ ਸਾਡੇ ਕੋਲ ਪਹਾੜਾਂ ਦੇ ਉੱਤੇ ਹੈ, ਨਾਲੇ ਸਾਰੇ ਪਹਾੜਾਂ ਤੇ ਜਾਇਆ ਕਰਾਂਗੇ। ਇੰਨੀ ਵੱਡੀ ਦੇਣ ਭਾਈ ਮਰਦਾਨਾ ਜੀ। ਭਾਈ ਮਰਦਾਨਾ ਜੀ ਨੇ ਪਤਾ ਨਹੀਂ ਕਿੰਨਿਆਂ ਕੁ ਨੂੰ ਬਖਸ਼ਿਸ਼ਾਂ ਕਰ ਦਿੱਤੀਆਂ। ਆਖਰੀ ਸਮਾਂ ਅਫਗਾਨਿਸਤਾਨ ਦੇ ਕੁਰਮ ਨਦੀ ਤੇ, ਇਹ ਵੀ ਲਿਖਦੇ ਨੇ ਭਾਈ ਮਰਦਾਨਾ ਜੀ ਨੇ ਰੱਜ ਕੇ ਉਸ ਸਮੇਂ ਖਰਬੂਜੇ ਖਾਧੇ ਅੰਤ ਸਮੇਂ, ਤੇ ਢਿੱਡ 'ਚ ਪੀੜ ਹੋਣ ਲੱਗੀ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਮੈਨੂੰ ਅੱਜ ਬੜਾ ਦਰਦ ਹੋ। ਮਹਾਰਾਜ ਕਹਿੰਦੇ ਆਰਾਮ ਕਰ ਲਾ। ਜਦੋਂ ਆਰਾਮ ਕੀਤਾ, ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕੋਲ ਜਾ ਕੇ ਨਾ ਭਾਈ ਮਰਦਾਨਾ ਜੀ ਦੇ ਇੱਦਾਂ ਮੋਢੇ ਘੁੱਟਣ ਲੱਗੇ। ਕਹਿੰਦੇ ਉੱਠ ਮਰਦਾਨਿਆ। ਕਹਿੰਦੇ ਮਹਾਰਾਜ ਜੀ ਹੁਕਮ। ਕਹਿੰਦੇ ਤੇਰਾ ਆਖਰੀ ਸਮਾਂ ਆ ਗਿਆ। ਗੱਜ ਕੇ ਆਖੋ ਸਤਨਾਮ, ਤੇਰਾ ਆਖਰੀ ਸਮਾਂ ਆ ਗਿਆ, ਉੱਠ ਬੈਠ। ਉੱਠ ਕੇ
ਮੰਗ ਕੀ ਮੰਗਣਾ? ਕਹਿੰਦਾ ਮਹਾਰਾਜ ਜੀ ਤੁਸੀਂ ਮੈਨੂੰ ਮਿਲ ਗਏ, ਮੈਨੂੰ ਹੋਰ ਕੁਝ ਨਹੀਂ ਮੰਗਣਾ। ਮਹਾਰਾਜ ਕਹਿੰਦੇ ਮਰਦਾਨਿਆ ਦੱਸ, ਤੇਰੇ ਇਸ ਸਰੀਰ ਨੂੰ ਦਫਨ ਕਰੀਏ ਜਾਂ ਪਾਣੀ 'ਚ ਰੋੜੀਏ ਜਾਂ ਅੱਗ ਦੇ ਵਿੱਚ ਸਾੜੀਏ ਜਾਂ ਤੇਰੀ ਯਾਦਗਾਰ ਬਣਾ ਦਈਏ ਇੱਥੇ? ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਪਹਿਲੀ ਵਾਰ ਸਵਾਲ ਕੀਤਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, 50 ਸਾਲ ਦੇ ਕਰੀਬ 54 ਸਾਲ ਹੋ ਗਏ ਤੁਹਾਡੇ ਨਾਲ ਕੀਰਤਨ ਕਰਦਿਆਂ ਹੋਇਆ, ਹੁਣ ਤੁਸੀਂ ਮੈਨੂੰ ਪੁੱਛਦੇ ਹੋ ਇਹ ਗੱਲ, ਇਹ ਸਰੀਰ ਚੋਂ ਕੱਢ ਕੇ ਫੇਰ ਸਰੀਰਾਂ 'ਚ ਵਾੜਨਾ ਚਾਹੁੰਦੇ ਹੋ? ਗੁਰੂ ਨਾਨਕ ਸਾਹਿਬ ਕਹਿੰਦੇ ਜਾ ਮਰਦਾਨਿਆ, ਫਿਰ ਉਹ ਸੱਚਖੰਡ ਤੇਰੇ ਲਈ ਤੇ ਮੇਰੇ ਲਈ। ਤੇ ਮਰਦਾਨੇ ਨੇ ਉਦੋਂ ਕਿਹਾ ਸੀ ਮਹਾਰਾਜ ਜੀ ਤੁਸੀਂ ਰੱਬ ਦੇ ਡੂਮ ਤੇ ਮੈਂ ਤੁਹਾਡਾ ਰੂਮ, ਤੁਸੀਂ ਖੁਦਾ ਦੇ ਡੂਮ ਤੇ ਮੈਂ ਤੁਹਾਡਾ ਡੂਮ। ਭਾਈ ਮਰਦਾਨਾ ਜੀ ਦਾ ਜੀਵਨ ਬਹੁਤ ਵੱਡਾ, ਫਿਰ ਕਿਰਪਾ ਕਰੇ ਅਸੀਂ ਸਲਾਈਡ ਸ਼ੋਅ ਕਦੇ ਕਰਾਂਗੇ, ਪਰ ਮਾਫ ਕਰਨਾ ਅੱਜ ਸ਼੍ਰੋਮਣੀ ਕਮੇਟੀ ਵੀ ਸੁੱਤੀ ਪਈ ਹੈ, ਅੱਜ ਦਿੱਲੀ ਕਮੇਟੀ ਵੀ ਸੁੱਤੀ ਪਈ ਹੈ, ਅੱਜ ਸਾਡੇ ਬਾਬੇ ਵੀ ਸੁੱਤੇ ਪਏ ਨੇ। ਮੈਂ ਇਹ ਗੱਲ ਕਹਿਣਾ ਕਿ ਪਤਾ ਨਹੀਂ ਕਿੰਨੇ ਕੁ ਰਾਗੀ ਕਿੰਨੇ ਕੁ ਢਾਡੀ ਉਹ ਭਾਈ ਮਰਦਾਨੇ ਦੀ ਰਵਾਬ ਤੇ ਕੀਰਤਨ ਗਾ ਗਾ ਕੇ ਵੱਡੀਆਂ ਵੱਡੀਆਂ ਕੋਠੀਆਂ ਦੇ ਮਾਲਕ ਬਣ ਗਏ, ਵੱਡੀਆਂ ਵੱਡੀਆਂ ਕਾਰਾਂ ਦੇ ਮਾਲਕ ਬਣ ਗਏ, ਪਰ ਅੱਜ ਭਾਈ ਮਰਦਾਨਾ ਜੀ ਦੀ ਕੋਈ ਸਥਾਨ ਸਾਡੇ ਕੋਲ ਨਹੀਂ ਹੈ। ਅੱਜ ਉਹਨਾਂ ਦੇ ਪਰਿਵਾਰਾਂ ਨੂੰ ਇੱਥੇ ਮੈਨੂੰ ਪਤਾ ਲੱਗਾ 15-20 ਘਰ ਹੈਗੇ ਨੇ, ਔਰ ਉਹਨਾਂ ਦੇ ਬੜੀ ਬਖਸ਼ਿਸ਼ ਵੀ ਹੈਗੀ ਹੈ, ਬੜੀ ਕਿਰਪਾ ਵੀ ਹੈਗੀ ਹੈ। ਪਤਾ ਨਹੀਂ ਕਿੰਨੇ ਕੁ ਹੋਰ ਪਰਿਵਾਰ ਨੇ, ਕਿੰਨੇ ਕੁ ਗਾਉਣ ਵਾਲੇ ਨੇ, ਉਹਨਾਂ ਨੂੰ ਜੇ ਸਾਂਭਣ ਵਾਲਾ ਕੋਈ ਨਹੀਂ ਹੈ ਨਾ, ਤਾਂ ਭਾਈ ਮਰਦਾਨਾ ਜੀ ਦੀ ਇਹ ਸੰਸਥਾ ਜਿਹੜੀ ਹੈ, ਭਾਈ ਬਿੱਟੂ ਜੀ, ਜੀਤ ਖਾਨ ਜੀ, ਬੰਟੀ ਜੀ, ਹੋਰ ਕਿੰਨੇ ਸਾਰੇ ਨਾਲ ਬੈਠੇ ਨੇ, ਇਹਨਾਂ ਨੇ ਇੱਕ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਚੱਲੇ ਨੇ ਅੱਗੇ ਕਿ ਆਓ ਜੇ ਕੋਈ ਹੋਰ ਬਾਂਹ ਨਹੀਂ ਨਾ ਫੜਦਾ, ਅਸੀਂ ਬਾਂਹ ਫੜਨੀ ਤਾਂ ਗੁਰੂ ਨਾਨਕ ਨੇ ਬਾਂਹ ਫੜੀ ਹੋਈ ਹੈ, ਜਿਹਨੂੰ ਤਾਂ ਪਹਿਲੀ ਉਹ ਬਾਂਹ ਫੜੀ ਹੋਈ ਹੈ, ਆਓ ਆਪਾਂ ਇਕੱਠੇ ਹੋ ਜਾਈਏ, ਆਓ ਆਪਾਂ ਇਕੱਤਰ ਹੋ ਜਾਈਏ। ਜਿਹੜੇ ਭਾਈ ਮਰਦਾਨਾ ਜੀ ਦੀ ਅੰਸ਼ ਤੇ ਵੰਸ਼ ਹੈ, ਉਹਨਾਂ ਦੇ ਲਈ ਕੁਝ ਨਾ ਕੁਝ ਤਾਂ ਕਰੀਏ, ਕੁਝ ਨਾ ਕੁਝ ਤਾਂ ਕਰੀਏ, ਸੋਚੀਏ ਤਾਂ ਸਹੀ। ਤੇ ਇਸ ਇੰਨੇ ਵੱਡੇ ਇਸ, ਔਰ ਦੂਜੀ ਗੱਲ ਇਸ ਸਟੇਜ ਤੋਂ ਮੈਂ ਕਹਿਣੀ ਚਾਹਾਂਗਾ, ਅਸੀਂ SGPC ਨੂੰ ਬੇਨਤੀ ਕਰਾਂਗੇ ਕਿ ਵਰਲਡ ਲੈਵਲ ਦੇ ਉੱਤੇ ਜਿਹੜਾ 6 ਤਰੀਕ ਆ ਰਹੀ ਹੈ, ਵਰਲਡ ਲੈਵਲ ਦੇ ਉੱਤੇ ਤੇ ਦਰਬਾਰ ਸਾਹਿਬ ਦੇ ਅੰਦਰ ਉਸ ਦਿਨ ਘੱਟੋ ਘੱਟ ਉਸ ਦਿਨ ਤਾਂ ਰਵਾਬ ਦੇ ਉੱਤੇ ਕੀਰਤਨ ਕੀਤਾ ਜਾਵੇ, ਔਰ ਜਿੰਨੇ ਧਾਰਮਿਕ ਸਥਾਨ ਨੇ ਉਸ ਦਿਨ ਤਾਂ ਰਵਾਬ ਦੇ ਉੱਤੇ ਕੀਰਤਨ ਕੀਤਾ ਜਾਵੇ। ਕਿਉਂ ਅਸੀਂ ਭਾਈ ਮਰਦਾਨੇ ਦੀ ਰਵਾਬ ਨੂੰ ਪਿੱਛੇ ਛੱਡ ਕੇ ਕਿਉਂ ਹਾਰਮੋਨੀਅਮ ਦੇ ਉੱਤੇ ਆ ਗਏ? ਕੀ ਕਮਜ਼ੋਰੀ ਹੈ ਸਾਡੇ ਕੋਲ? ਕਿਸ ਗੱਲ ਦੀ ਘਾਟ ਹੈ? ਸਾਡੇ ਪ੍ਰਾਤਨ ਸਾਜ਼ ਅਲੋਪ ਹੁੰਦੇ ਜਾ ਰਹੇ ਨੇ, ਕਿਉਂ ਅਸੀਂ ਉਹਨਾਂ ਨੂੰ ਅੱਗੇ ਨਹੀਂ ਲਿਆ ਸਕਦੇ? ਕੀ ਕਮੀ ਹੈ? ਤੇ ਦਾਸ ਵੱਲੋਂ ਅਸੀਂ ਇਹਨਾਂ ਦੀ ਪੂਰੀ ਟੀਮ ਦੇ ਨਾਲ, ਮੈਂ ਤਾਂ ਟੀਮ ਦਾ ਹਿੱਸਾ ਹੀ ਬਣਿਆ ਹੋਇਆ, ਅਸੀਂ ਵਚਨਬੱਧ ਹੈ, ਅਸੀਂ ਨਾਲ ਖੜੇ ਹੈ। ਦਾਸ ਆਪਣੇ ਪਟਿਆਲੇ ਦੇ ਵਿੱਚ ਅਸੀਂ ਇੱਕ ਗਿਆਨੀ ਗਿਆਨ ਸਿੰਘ ਜੀ ਦਾ ਬੁੰਗਾ ਬਣਾ ਰਿਹਾ ਹੁਣ, ਜਿੱਥੇ ਸਾਰਾ ਇਤਿਹਾਸ, ਉਹਨਾਂ ਦੀ ਲਾਇਬ੍ਰੇਰੀ, ਤੁਸੀਂ ਕਦੇ ਪੜ੍ਹਨਾ ਹੋਵੇ ਭਾਈ ਮਰਦਾਨਾ ਜੀ ਦਾ ਸਾਰਾ ਇਤਿਹਾਸ ਅਸੀਂ ਉੱਥੇ ਰੱਖਣਾ। ਕਦੇ ਕਿਸੇ ਦਾ ਮਨ ਕਰੇ ਵੀ ਅਸੀਂ ਇਤਿਹਾਸ ਪੜ੍ਹਨਾ ਚਾਹੁੰਦੇ ਹਾਂ, ਸਾਨੂੰ ਇੱਕ ਜਗ੍ਹਾ ਭਾਈ ਮਰਦਾਨਾ ਜੀ ਦਾ ਇਤਿਹਾਸ ਮਿਲ ਜੇ, ਤੁਸੀਂ ਸਾਡੇ ਕੋਲ ਜਿਹੜੀ ਅਸੀਂ ਬੁੰਗਾ ਬਣਾ ਰਹੇ ਹਾਂ ਪਟਿਆਲੇ ਦੇ ਵਿੱਚ, ਉਹਦੇ ਵਿੱਚ ਇਹ ਹੈ ਕਿ ਘੱਟੋ ਘੱਟ ਤੁਸੀਂ 5 ਦਿਨ ਜਾਂ 10 ਦਿਨ ਉੱਥੇ ਆ ਕੇ ਰਹੋ। ਤੁਹਾਡੇ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਜਾਏਗਾ, ਤੁਹਾਨੂੰ ਕੱਪੜੇ ਧੋ ਕੇ ਦਿੱਤੇ ਜਾਣਗੇ, ਤੁਹਾਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਨਾਸ਼ਤਾ ਤੁਹਾਨੂੰ ਉੱਥੇ ਮਿਲੇਗਾ। ਸ਼ਰਤ ਇਹ ਹੈ ਕਿ ਜਿੰਨੇ ਦਿਨ ਰਹੋਗੇ ਉੱਥੇ ਭਾਈ ਮਰਦਾਨਾ ਜੀ ਦੇ ਜੀਵਨ ਦੇ ਉੱਤੇ ਖੋਜ ਕਰੋ। ਤੇ ਕੱਲ ਨੂੰ ਖੋਜ ਵਿਚਾਰ ਟੀਮ ਵੱਲੋਂ ਕੱਲ ਨੂੰ ਭਾਰਤ ਡਾਇਰੀ ਅਖਬਾਰ ਹੈ ਮਹਾਰਾਸ਼ਟਰ ਦਾ, MP ਦਾ, ਛੱਤੀਸਗੜ੍ਹ ਦਾ, 2 ਕਰੋੜ ਤੋਂ ਵੱਧ ਲੋਕ ਵੇਖਦੇ ਨੇ। ਕੱਲ ਨੂੰ ਭਾਈ ਮਰਦਾਨਾ ਜੀ ਦਾ ਪੂਰਾ ਜੀਵਨ ਖੋਜ ਵਿਚਾਰ ਵੱਲੋਂ ਭਾਰਤ ਡਾਇਰੀ ਅਖਬਾਰ ਦੇ ਵਿੱਚ ਹਿੰਦੀ ਦੇ ਵਿੱਚ ਛਾਪਣ ਜਾ ਰਹੇ ਹਾਂ ਅਸੀਂ। ਬੋਲੇ ਸੋਨਿਹਾਲ। ਕੱਲ ਦਾ ਅਖਬਾਰ ਅਸੀਂ ਭੇਜ ਦੇਵਾਂਗੇ ਭਾਰਤ ਡਾਇਰੀ ਅਖਬਾਰ ਦੇ ਵਿੱਚ, ਕਿਉਂਕਿ ਜਿਹੜੇ ਬਾਹਰ ਲੋਕ ਬੈਠੇ ਨੇ ਉਹਨਾਂ ਨੂੰ ਵੀ ਪਤਾ ਲੱਗੇ ਭਾਈ ਮਰਦਾਨਾ ਜੀ ਦੇ ਜੀਵਨ ਦੇ ਬਾਰੇ। ਸੋ ਸਾਰੀ ਸੰਗਤ ਜੀ ਨੂੰ ਰਾਗੀ ਜਥਾ ਪਹੁੰਚ ਗਿਆ ਜੀ। ਪੂਰੀ ਭਾਈ ਮਰਦਾਨਾ ਜੀ ਸੁਸਾਇਟੀ ਵੱਲੋਂ, ਵੈਲਫੇਅਰ ਸੁਸਾਇਟੀ ਵੱਲੋਂ, ਜੋ ਵੀ ਜਿਹੜੇ ਇੱਥੇ ਪਰਿਵਾਰ ਵਸਦੇ ਨੇ, ਜਿਨ੍ਹਾਂ ਦਾ ਵੀ ਬਹੁਤ ਧੰਨਵਾਦ ਕਰਦੇ।
ਜਿਹੜੇ ਇੱਥੇ ਪਰਿਵਾਰ ਵੱਸਦੇ ਨੇ। ਮੈਂ ਇੱਕ ਬੇਨਤੀ ਕਰਾਂਗਾ, ਸਾਡਾ ਇੱਕ ਪ੍ਰੋਗਰਾਮ ਚੱਲਦਾ ਕੌਣ ਬਣੇਗਾ ਪਿਆਰੇ ਦਾ ਪਿਆਰਾ। ਅਸੀਂ ਪਿਛਲੇ 3-4 ਸਾਲਾਂ ਤੋਂ ਇੱਥੇ ਪ੍ਰੋਗਰਾਮ ਕਰਨ ਦੀ ਸੋਚ ਰਹੇ ਸੀ, ਆ ਕੇ ਵੀ ਗਏ, ਕਿਤਾਬਾਂ ਵੀ ਸ਼ਾਇਦ ਇੱਥੇ ਵੀਰਾਂ ਨੂੰ ਦੇ ਕੇ ਗਏ ਸੀ ਅਸੀਂ, ਲੇਕਿਨ ਪਤਾ ਨਹੀਂ ਕੀ ਗੱਲ ਹੋ ਨਹੀਂ ਪਾਇਆ। ਜਿੰਨਾ ਖਰਚਾ ਹੋਏਗਾ, ਜੋ ਵੀ ਖਰਚਾ ਹੋਏਗਾ, ਵੱਡਾ ਪ੍ਰੋਗਰਾਮ ਕੌਣ ਬਣੇਗਾ ਪਿਆਰੇ ਦਾ ਪਿਆਰਾ, ਪੂਰੇ ਪਿੰਡ ਦੇ ਵਿੱਚ ਕਿਤਾਬਾਂ ਦੇ ਕੇ ਜਾਵਾਂਗੇ, ਪੜ੍ਹਨਗੇ, ਔਰ 20 ਤੋਂ 25,000 ਦੇ ਇਨਾਮ ਦੇ ਕੇ ਜਾਵਾਂਗੇ ਜੀ। ਥੋੜ੍ਹੇ ਦਿਨਾਂ ਦੇ ਵਿੱਚ ਹੀ ਬਿੱਟੂ ਜੀ ਨੇ ਪ੍ਰੋਗਰਾਮ ਦੇਖਿਆ, ਔਰ ਸਾਡੀ ਟੀਮ ਵੱਲੋਂ 0 ਤੋਂ ਲੈ ਕੇ ਐਂਡ ਤੱਕ ਸਾਰਾ ਖਰਚਾ ਕੀਤਾ ਜਾਏਗਾ। ਜਿਹੜੇ ਭਾਈ ਮਰਦਾਨਾ ਜੀ ਦੇ ਪਰਿਵਾਰ ਵੱਸਦੇ ਨੇ ਉਹਨਾਂ ਨੂੰ ਸਮਰਪਿਤ ਅਸੀਂ ਇਸ ਪਿੰਡ ਦੇ ਵਿੱਚ ਬੜੀ ਜਲਦੀ ਮਾਰਚ ਜਾਂ ਅਪ੍ਰੈਲ ਦੇ ਵਿੱਚ ਕੌਣ ਬਣੇਗਾ ਪਿਆਰੇ ਦਾ ਪਿਆਰਾ ਪ੍ਰੋਗਰਾਮ ਦੇ ਰਹੇ ਹਾਂ ਜੀ। ਇੱਥੇ ਤੁਹਾਡੇ ਤੇ ਬੜੀ ਕਿਰਪਾ ਹੈ, ਤੁਹਾਡੇ ਤੇ ਬੜੀ ਬਖਸ਼ਿਸ਼ ਹੈ। ਤੁਸੀਂ ਆਮ ਵਿਅਕਤੀ ਨਹੀਂ, ਜਿਹੜੇ ਬੈਠੇ ਭਾਈ ਮਰਦਾਨਾ ਜੀ ਦੇ ਵੰਸ਼ ਆਮ ਵਿਅਕਤੀ ਨਹੀਂ ਹੈ, ਅਸੀਂ ਆਮ ਵਿਅਕਤੀ ਹਾਂ। ਕਿਉਂਕਿ ਅਸੀਂ ਨਾ, ਇੱਕ ਸਵਾਲ ਆਉਂਦਾ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਚਾਂਦਨੀ ਚੌਂਕ ਦੇ ਵਿੱਚ ਕਿੰਨੇ ਸਿੱਖ ਜਿਹੜੇ ਸ਼ਹੀਦ ਹੋਏ ਸੀ ਜੀ? 3। ਯੀਸ਼ੂ ਮਸੀਹ ਉਹਦੇ ਨਾਲ 13 ਬੰਦੇ ਸਾਥ ਛੱਡ ਕੇ ਚਲੇ ਗਏ। ਕਿੰਨੇ ਜੀ? 13। ਸਾਡੀ ਕਹਾਵਤ ਬਣੀ, ਉਹ ਤੂੰ ਨਾ 3 'ਚ ਨਾ 13 'ਚ, ਨਾ ਖੜਨ ਵਾਲਿਆਂ 'ਚ ਤੇ ਨਾ ਭੱਜਣ ਵਾਲਿਆਂ 'ਚ। ਅਸੀਂ ਨਾ 3 ਤੇ ਨਾ 13 'ਚ, ਤੁਸੀਂ ਭਾਈ ਮਰਦਾਨੇ ਕੇ ਦੇ ਵਿੱਚੋਂ ਬੈਠੇ ਹੋ। ਤੁਹਾਡੇ ਤੇ ਜਿਹੜੀ ਬਖਸ਼ਿਸ਼ ਆ ਪਿੰਡ ਵਾਲਿਆਂ ਦੇ ਉੱਤੇ, ਸਾਰਿਆਂ ਦੇ ਉੱਤੇ। ਭਾਈ ਮਰਦਾਨਾ ਜੀ ਨੇ ਜੇ ਗਾਇਆ 50 ਤੋਂ ਲੈ ਕੇ 54 ਸਾਲ ਤੱਕ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿ ਕੇ ਗੁਰਬਾਣੀ ਨੂੰ ਗਾਇਆ, ਤੇ ਆਪ ਵੀ ਮੁਕਤ ਹੋ ਗਏ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮੁਕਤ ਕਰਵਾ ਦਿੱਤਾ। ਫਿਰ ਕਦੇ ਗੁਰੂ ਕਿਰਪਾ ਕਰਨਗੇ। ਭਾਈ ਮਰਦਾਨਾ ਜੀ ਦੀ ਲੜਕੀ ਦਾ ਵਿਆਹ ਕਿੱਦਾਂ ਹੋਇਆ, ਭਾਈ ਮਰਦਾਨਾ ਜੀ ਦਾ ਅੰਤਮ ਸਮਾਂ ਕਿੱਦਾਂ ਹੋਇਆ, ਕਿਉਂਕਿ ਬਹੁਤ ਲੰਬੀ ਕਥਾ ਨੇ। ਗੁਰੂ ਕਿਰਪਾ ਕਰੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਤੇ ਪੂਰੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਸਾਰੇ ਪਿੰਡ ਵਾਲਿਆਂ ਦਾ, ਨਗਰ ਵਾਲਿਆਂ ਦਾ ਧੰਨਵਾਦ। ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੰਡਾਲ ਦੇ ਰੂਪ ਵਿੱਚ ਆਏ ਸਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰੋਗਰਾਮ ਦੀ ਆਰੰਭਤਾ ਅਸੀਂ ਕਰਿਆ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ। ਤੇ ਜ਼ਰੂਰ ਜੀ, ਦਾਸ ਦਾ ਚੈਨਲ ਹੈ ਖੋਜ ਵਿਚਾਰ ਫੇਸਬੁੱਕ ਦੇ ਉੱਤੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਜਿੱਥੋਂ ਤੁਹਾਨੂੰ ਸਾਰਾ ਇਤਿਹਾਸ ਵੀਡੀਓ ਕਿੱਥੇ ਕਿੱਥੇ ਗਏ ਉਹ ਮਿਲ ਜਾਣਗੀਆਂ ਜੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਪਿੰਡ ਘੋੜਾਣੀ ਦੇ ਜੋ ਵਸਿੰਦੇ ਨੇ, ਇਸ ਨਗਰ ਦੇ ਅੰਦਰ ਭਾਈ ਮਰਦਾਨਾ ਜੀ ਦੇ ਵੰਸ਼ਜ, ਅੰਸ਼ ਵੰਸ਼, ਉਹਨਾਂ ਦੇ ਪਰਿਵਾਰ ਜਿਹੜੇ ਨੇ ਭਾਈ ਮਰਦਾਨਾ ਕੇ ਪਰਿਵਾਰਾਂ ਦੇ ਵਿੱਚੋਂ ਵੱਸਦੇ ਆ, ਉਹਨਾਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ ਕਿ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਜੋ ਇਹ ਪ੍ਰੋਗਰਾਮ, ਪਹਿਲਾ ਪ੍ਰੋਗਰਾਮ ਹੈ ਜਿਹੜਾ ਘੋੜਾਣੀ ਦੇ ਵਿੱਚ ਉਲੀਕਿਆ ਗਿਆ, ਔਰ ਬਹੁਤ ਹੀ ਵਧੀਆ। ਆਪ ਜੀ ਵੇਖ ਰਹੇ ਹੋ ਕਿ ਤਕਰੀਬਨ ਸਵੇਰ ਤੋਂ ਗੁਰੂ ਕੇ ਲੰਗਰ ਚੱਲ ਰਹੇ ਨੇ। ਉੱਥੇ ਹੀ ਕੀਰਤਨ ਗਾਇਨ ਕੀਤੇ ਰਾਗੀ ਸਿੰਘਾਂ ਜੀ ਵੱਲੋਂ, ਔਰ ਭਾਈ ਮਰਦਾਨਾ ਜੀ ਨੂੰ ਸਮਰਪਿਤ, ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ। ਤੇ ਚਾਹੀਦਾ ਤਾਂ ਇਹ ਹੈ ਕਿ ਸਾਡੀਆਂ ਜਿੰਨੀਆਂ ਸੰਸਥਾਵਾਂ ਨੇ, ਕੱਲ੍ਹ 6 ਤਰੀਕ ਦਾ ਭਾਈ ਮਰਦਾਨਾ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ, ਪੂਰੇ ਵਿਸ਼ਵ ਭਰ ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਵੀ ਰਬਾਬ ਦੇ ਉੱਤੇ ਕੀਰਤਨ ਕੀਤਾ ਜਾਣਾ ਚਾਹੀਦਾ। ਭਾਈ ਮਰਦਾਨਾ ਜੀ ਦੇ ਨਾਲ ਸੰਬੰਧਿਤ ਪ੍ਰੋਗਰਾਮ ਹੋਣੇ ਚਾਹੀਦੇ ਨੇ। ਭਾਈ ਮਰਦਾਨਾ ਜੀ ਕੋਈ ਆਮ ਸ਼ਖਸੀਅਤ ਨਹੀਂ ਸੀ, ਪਹਿਲੀ ਭਾਈ ਦੀ ਪਦਵੀ ਸੀ ਜਿਹੜੀ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੀ ਗਈ। ਔਰ ਕੋਈ 1 ਸਾਲ, ਕੋਈ 2 ਸਾਲ, ਕੋਈ 3 ਸਾਲ ਨਹੀਂ, ਪੂਰੇ 54 ਸਾਲਾਂ ਦਾ ਜੀਵਨ, 54 ਸਾਲ, 50 ਤੋਂ ਲੈ ਕੇ 54 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ। ਜੇ ਗੁਰੂ ਨਾਨਕ ਸਾਹਿਬ ਜੀ ਨੇ 19 ਰਾਗ ਗਾਏ ਤੇ 19 ਰਾਗਾਂ ਦੇ ਨਾਲ ਪਹਿਲੀ ਰਬਾਬ ਭਾਈ ਮਰਦਾਨਾ ਜੀ ਨੇ ਵਜਾਈ। ਤੇ ਗੁਰੂ ਨਾਨਕ ਦੇਵ ਜੀ ਨੇ ਕਦੇ ਨਹੀਂ ਕਿਹਾ ਭਾਈ ਮਰਦਾਨਿਆ ਵੀ ਤੂੰ ਰਾਗ ਵਜਾ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁੰਦੇ ਸੀ, ਭਾਈ ਮਰਦਾਨਿਆ ਰਬਾਬ ਛੇੜ, ਬਾਣੀ ਆਈ ਹੈ। ਤੇ ਭਾਈ ਮਰਦਾਨਾ ਜੀ ਨੇ ਸੱਚ ਜਾਣਿਓ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਪਾਏ, ਉੱਥੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨਾ ਜੀ ਨਾਲ ਰਹਿ ਕੇ 50 ਤੋਂ ਲੈ ਕੇ 54 ਸਾਲ ਤੱਕ ਕੀਰਤਨ ਕਰਕੇ ਆਖਰੀ ਪਲ, ਆਖਰੀ ਜੀਵਨ ਦਾ ਸਮਾਂ ਕੁਰਮ ਨਦੀ ਦੇ ਦਰਿਆ ਦੇ ਕਿਨਾਰੇ ਤੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਸਵਾਸ ਤਿਆਗੇ।
ਕੌਣ ਐਡੇ ਵੱਡੇ ਭਾਗਾਂ ਵਾਲਾ ਹੋ ਸਕਦਾ। ਇਹ ਪਹਿਲਾ ਇੱਕ ਸ਼ਖਸ ਸੀਗਾ ਭਾਈ ਮਰਦਾਨਾ ਜੀ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਗੋਦ ਵਿੱਚ ਆਪਣਾ ਅੰਤਮ ਸਵਾਸ ਤਿਆਗੇ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਹੁੰਦੇ ਸੀ, ਤੂੰ ਖੁਦਾ ਦਾ ਡੂਮ ਤੇ ਮੈਂ ਤੇਰਾ ਡੂਮ। ਅੱਜ ਭਾਈ ਮਰਦਾਨੇ ਕਿਆਂ ਦੇ ਵਿੱਚੋਂ ਨਾ ਤਾਂ ਸਾਨੂੰ ਭਾਈ ਮਰਦਾਨੇ ਕੇ ਸੰਭਾਲੇ ਜਾ ਰਹੇ ਨੇ, ਨਾ ਭਾਈ ਮਰਦਾਨਾ ਦੀ ਅੰਸ ਵੰਸ ਸੰਭਾਲੀ ਜਾ ਰਹੀ ਹੈ। ਤੇ ਆਓ ਰਲ ਕੇ ਜਿਹੜੇ ਪਤਿਤ ਹੋ ਰਹੇ ਨੇ ਉਹਨਾਂ ਨੂੰ ਮੁੜ ਇਸ ਪਾਸੇ ਲੈ ਕੇ ਆਈਏ। ਰਬਾਬ ਦੇ ਉੱਤੇ ਘੱਟੋ ਘੱਟ ਜਿਹੜੇ ਸਾਡੇ ਤੰਤੀ ਸਾਜ਼ ਨੇ, ਗੁਰੂ ਸਾਹਿਬਾਂ ਦੇ ਵੇਲੇ ਦੇ ਸਾਜ਼ ਨੇ, ਉਹਨਾਂ ਸਾਜ਼ਾਂ ਦੇ ਉੱਤੇ ਦੁਬਾਰਾ ਤੋਂ ਕੀਰਤਨ ਸ਼ੁਰੂ ਹੋਵੇ, ਤਾਂ ਅਸੀਂ ਭਾਈ ਮਰਦਾਨਾ ਜੀ ਦੇ ਜਨਮ ਦਿਨ ਨੂੰ ਮਨਾ ਕੇ ਹੋਰ ਵੱਡੀ ਖੁਸ਼ੀ ਪ੍ਰਾਪਤ ਕਰਾਂਗੇ। ਜੇ ਅੱਜ ਗੁਰਦੁਆਰਾ ਚੋਲਾ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ, ਅਸੀਂ ਉਹਨਾਂ ਦਾ ਵੀ ਧੰਨਵਾਦ ਕਹਿੰਦੇ ਹਾਂ ਕਿ ਉਹਨਾਂ ਨੇ ਭਾਈ ਮਰਦਾਨੇ ਕਿਆਂ ਨੂੰ ਇੱਕ ਇੱਥੇ ਮੌਕਾ ਦਿੱਤਾ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਇੱਥੇ ਆ ਕਰਕੇ ਤੁਸੀਂ ਆਪਣਾ ਕੀਰਤਨ ਕਰੋ। ਤੇ ਅੱਗੇ ਤੋਂ ਅਸੀਂ ਹੋਰ ਵੀ ਸਹਿਯੋਗ ਮੰਗਦੇ ਹਾਂ ਕਿ ਉੱਥੇ ਨਾਲ ਵੀ ਖੜੋ ਆ ਕਰਕੇ। ਤੇ ਭਾਈ ਮਰਦਾਨਾ ਜੀ ਦੀ ਜੋ ਵਿਸ਼ਵ ਰਬਾਬੀ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਇੱਕ ਇਹ ਮੰਗ ਕੀਤੀ ਜਾ ਰਹੀ ਕਿ ਭਾਈ ਮਰਦਾਨਾ ਜੀ ਦੇ ਨਾਮ ਦੇ ਉੱਤੇ ਭਾਈ ਮਰਦਾਨਾ ਜੀ ਨੂੰ ਸਮਰਪਿਤ ਕੋਈ ਐਜੂਕੇਸ਼ਨ ਸੈਂਟਰ ਖੋਲ੍ਹਿਆ ਜਾਵੇ, ਕੋਈ ਉਹਨਾਂ ਨੂੰ ਐਸੀ ਯਾਦਗਾਰ ਬਣਾਈ ਜਾਵੇ ਜਿੱਥੇ ਉਹਨਾਂ ਦੇ ਜੀਵਨ ਦੇ ਪ੍ਰਤੀ ਸਾਰਾ ਇਤਿਹਾਸ ਹੋਵੇ ਤੇ ਤੰਤੀ ਸਾਜ਼ਾਂ ਦੇ ਉੱਤੇ ਕੀਰਤਨ ਹੋਵੇ। ਇਹ ਜ਼ਰੂਰ ਵਿਸ਼ਵ ਰਬਾਬੀ ਭਾਈ ਮਰਦਾਨਾ ਜੀ ਵੈਲਫੇਅਰ ਸੁਸਾਇਟੀ ਦੀ ਔਰ ਸਾਰੀ ਭਾਈ ਮਰਦਾਨੇ ਕਿਆਂ ਦੀ ਇਹ ਇੱਕ ਬਹੁਤ ਵੱਡੀ ਸਾਡੀ ਮੰਗ ਹੈ ਜੀ ਕਿ ਇਹ ਮੰਗ ਜਿੰਨੀ ਜਲਦੀ ਹੋ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਪੰਥ ਦੇ ਜਿਹੜੇ ਪਤਵੰਤੇ ਸੱਜਣ ਨੇ, ਆਗੂ ਨੇ, ਉਹ ਜ਼ਰੂਰ ਬੇਨਤੀ ਪੂਰੀ ਸਾਡੀ ਮੰਗ ਨੂੰ ਪੂਰੀ ਕਰਨ। ਦਾਸ ਦੀ ਟੀਮ ਖੋਜ ਵਿਚਾਰ ਵੱਲੋਂ ਤੇ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਾ ਕੇ ਅਸੀਂ ਭਾਈ ਮਰਦਾਨੇ ਕਿਆਂ ਦੇ ਨਾਲ ਅਸੀਂ ਇਹਨਾਂ ਦੇ ਚਰਨ ਸੇਵਕ ਬਣ ਕੇ ਹਮੇਸ਼ਾ ਖੜੇ ਰਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ अब्बल अल्लाह नूर अपाया कुदरत के सब बंदे, एक नूर पे सब जग उपजा कौन भले कौन मंदे। एक रूप अकाल रूप बाबे नानक जी का और उन्होंने साथी रबाबी भाई मरदाना जी साडे इस उद्यम दे विच बड़ा सहयोग है जी। जिहड़ा अज दा बाबा मरदाना जी का जन्म दिहाड़ा असीं गुरुद्वारा चोला साहब पिंड कढाणी कलां विखे मनाया जा रहा। 564वां जन्म दिन अज मनाया जा रहा। उहदे विच साडे जिन्ने भी मानयोग सत्कारयोग शख्सियतां जिन्हां दा लंगर दे विच इत्थे गुरु के लंगर टुट वरतदे ने, जिन्हां ने उस लंगरां दे विच हिस्से पाए ने, परमात्मा उन्हां नूं चढ़दी कला विच रखे। और साडे बड़े ही सत्कारयोग मानयोग रजिंदर सिंह बिट्टू साहब जिहड़े पंजाब दे विश्व रबाबी रजिस्ट्रेशन पंजाब बाबा मरदाना जी सोसाइटी के प्रधान साहब ने, वो भी इत्थे तशरीफ लैके पहुँचे ने। उन्होंने नाल साडे बड़े ही रिस्पैक्टड जिन्होंने सानू सेध दी आ जीत खान गोरिया जी, वो भी इत्थे तशरीफ लैके पहुँचे ने। असीं किन्ना किन्ना दा नाम लईए, मेरा वीर रिंकू जी, साडे बड़े ही सत्कारयोग महान हस्ती भगवान सिंह खोजी साहब, वो भी साडे नाल इत्थे विराजमान ने, इत्थे पहुँचे। उन्हां दा भी हार्दिक स्वागत है जी। मैं फिर एक बार जिन्ने भी देश विदेश वास्ते समूह पंजाबियों का साडे वल्लों जानी कि इस बाबा मरदाना जी की देहाती कमेटी वल्लों और जिहड़ी पंजाब लेवल के उपर साडी कमेटी आ उन्हां वल्लों असीं सारिआं नूं एक बार फिर बाबा मरदाना जी के जन्म दिहाड़े ਦੀਆਂ ਲੱਖ ਲੱਖ ਮੁਬਾਰਕਬਾਦ ਦਿੰਦੇ ਆ। ਔਰ ਜਿੱਥੇ ਵੀ ਦੂਰ ਦੂਰ ਤੱਕ ਇਹ ਵੀਡੀਓ ਜਾਂਦੀ ਆ, ਸਾਰੇ ਸਾਡੇ ਮਰਦਾਨਾ ਕੇ ਪਰਿਵਾਰ ਨੂੰ ਬੇਨਤੀ ਆ ਕਿ ਵੱਧ ਚੜ ਕੇ ਅੱਗੇ ਆਓ ਔਰ ਬਾਬਾ ਮਰਦਾਨਾ ਜੀ ਦਾ ਇਹ ਪਤਾ ਲੱਗੇ ਲੋਕਾਂ ਨੂੰ, ਕਿਉਂਕਿ ਅੱਜ ਤੱਕ ਜਿੰਨੀਆਂ ਵੀ ਆਪਾਂ ਦੇਖਦੇ ਹਾਂ ਗੱਲਾਂ ਸਾਰੀਆਂ ਵਿਤਕਰਾ ਕਰਨ ਵਾਲੀਆਂ ਗੱਲਾਂ ਨੂੰ ਛੱਡ ਦਿੱਤਾ ਜਾਵੇ। ਤੇ ਮੈਂ ਪਹਿਲਾਂ ਹੀ ਬੋਲ ਚੁੱਕਿਆ ਕਿ ਜਿਹੜੇ ਗੁਰਬਾਣੀ ਦੇ ਲਫ਼ਜ਼ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, एक नूर पे सब जग उपजा पौन भले पौ मंदे। ਆਪਾਂ सब एक ਆਪਾਂ ਨੂੰ ਵੱਧ ਚੜ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ। ਔਰ ਜਿੰਨੀਆਂ ਵੀ ਬੀਬੀਆਂ ਭੈਣਾਂ ਪ੍ਰੈਸ ਰਿਪੋਰਟਰ ਮਾਨਯੋਗ ਸਤਿਕਾਰਯੋਗ ਇੱਥੇ ਸ਼ਖਸੀਅਤਾਂ ਸਾਡੇ ਮੀਡੀਆ ਵਾਲੇ ਵੀਰ ਹੋਰ ਵੀ ਬਹੁਤ ਸਾਰੇ ਇੱਥੇ ਪਹੁੰਚੇ ਵੀ ਨੇ ਔਰ ਪਹੁੰਚਣ ਵਾਲੇ ਵੀ ਨੇ, ਉਹਨਾਂ ਸਾਰਿਆਂ ਦਾ ਸਾਡੇ ਵੱਲੋਂ ਇਸ ਮਰਦਾਨਾ ਕਮੇਟੀ ਵੱਲੋਂ ਪਿੰਡ ਕਢਾਣੀ ਕਲਾਂ ਗੁਰਦੁਆਰਾ ਚੋਲਾ ਸਾਹਿਬ ਵਿਖੇ ਜੋ ਮਨਾਇਆ ਜਾ ਰਿਹਾ, ਉਹਦੀਆਂ ਸਾਰੇ ਪੰਜਾਬ ਵਿੱਚ ਵਸਦੇ ਕੁੱਲ ਵਰਲਡ ਦੇ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।